ਲਓ ਜੀ, ਆਪਣੇ ਸਮੇਂ ਮੁਤਾਬਕ ਅਸੀਂ ਪਹੁੰਚ ਜਾਈਦਾ ਹਰ ਰੋਜ਼ ਪ੍ਰਾਈਮ ਏਸ਼ੀਆ TV ਤੁਸੀਂ ਦੇਖਦੇ ਹੋ, ਇਹਦੇ ਲਈ ਬੜਾ ਧੰਨਵਾਦ, ਬੜਾ ਪਿਆਰ ਦਿੰਦੇ ਹੋ। ਤੇ ਸਾਡੀ ਵੀ ਕੋਸ਼ਿਸ਼ ਇਹ ਹੁੰਦੀ ਹੈ ਕਿ ਵੀ ਅਸੀਂ ਤੁਹਾਡੀਆਂ ਆਸਾਂ ਉਮੀਦਾਂ ਦੇ ਉੱਪਰ ਖਰੇ ਉਤਰੀਏ। ਮੈਂ ਗੁਰਪ੍ਰੀਤ ਸੰਧਾਵਾਲੀਆ, ਮੇਰੇ ਨਾਲ ਮੇਰੇ ਵੀ ਪਰਮਵੀਰ ਬਾਠ ਹੋਣੀ। ਹੋਰ ਬਾਠ ਸਾਹਿਬ? ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਫਿਰ ਕਿੱਦਾਂ ਸਿਹਤਾਂ ਠੀਕ ਨੇ? ਜਿਵੇਂ ਵੱਲ ਨੇ ਪੂਰੀਆਂ। ਇਹ ਦੇਖੋ ਨਾ, ਵੱਲ ਸ਼ਬਦ ਦੇ ਵੀ ਕਿੰਨੇ ਮਤਲਬ ਨਿਕਲਦੇ ਆ। ਮਤਲਬ ਇੱਕ ਤੇ ਇਹ ਹੋ ਗਿਆ ਵੱਲ, ਵੀ ਵੱਲ ਨੇ ਕਿ ਨਹੀਂ ਵੱਲ। ਦੂਜਾ ਉਹ ਜਿਹੜਾ ਅੱਜ ਕੱਲ੍ਹ ਲੋਕ ਕੱਢ ਰਹੇ ਆ, ਨਹੀਂ ਉਹ ਤੇ ਵਾਲ ਹੁੰਦੇ ਨਾ। ਬਸ ਫਿਰ ਉਹ ਤੁਸੀਂ ਹਿਸਾਬ ਲਾਉਣਾ ਹੀ। ਨਹੀਂ ਮੈਂ ਵੱਲ ਤਾਂ ਗਿਆ, ਵੱਲ ਉਹ ਵੀ ਹੁੰਦੀ ਦੂਜੀ, ਕੋਈ ਕੱਦੂਆਂ ਦੀ ਹੋ ਗਈ, ਕੋਈ ਖੀਰਿਆਂ ਦੀ ਹੋ ਗਈ, ਕੋਈ ਤਰਾਂ ਦੀ ਹੋ ਗਈ, ਖਰਬੂਜਿਆਂ ਦੀ ਹੋ ਗਈ। ਪਰ ਉਹ ਤਾਂ ਵੇਲ ਹੁੰਦੀ ਆ। ਨਹੀਂ ਵੱਲ ਪੰਜਾਬੀ ਹੁੰਦੀ, ਵੇਲ ਹਿੰਦੀ 'ਚ ਹੁੰਦੀ। ਚਲੋ ਮੰਨ ਲੈਂਦੇ PhD ਤੁਸੀਂ ਹਿੰਦੀ ਦੀ। ਬਾਕੀ ਟਿੱਪਣੀਆਂ ਆ ਜਾਣੀਆਂ ਆਪ ਹੀ, ਕਿਉਂਕਿ ਵੇਲ ਹੀ ਕਹਿੰਦੇ ਆ ਸਾਰੇ ਪਾਸੇ। ਯਾਰ ਕਿੱਡੀ ਗੱਲਾਂ ਜੋ ਗੱਲ ਕਰੋ ਯਾਰ, ਟਿੱਪਣੀ ਇਹ ਬੰਦੇ ਦਾ ਵੀ ਇਹ ਮਾਸਟਰ ਕੱਢਣਾ ਪੈਂਦਾ ਅੰਦਰੋਂ। ਅੱਛਾ ਮੇਰੀ ਗੱਲ ਸੁਣੋ ਯਾਰ, ਕੈਪਟਨ ਸਾਹਿਬ ਮੇਲਾ ਹੀ ਉੱਥੇ ਜਾ ਕੇ। ਨਹੀਂ ਚਲ ਦੇਖੋ, ਅਗਲਿਆਂ ਨੇ ਤੇਲ ਖਰਚਿਆ ਜਾਂ ਟਿਕਟ ਲਈ ਹੋਊਗੀ, ਅਗਲੇ ਗਏ ਆ, ਉਹਨਾਂ ਨੇ ਮੂਹਰੇ ਅਗਲੇ ਚਾਹ ਬਣਾ ਕੇ ਬੈਠੇ ਆ ਤਾਂ ਮਿਲਣ ਗਏ ਸੀ। ਐਸੀ ਕਿਹੜੀ ਗੱਲ, ਤੁਸੀਂ ਨਹੀਂ ਚੱਲ ਗਏ? ਆਈ ਵੀ ਗੱਲ ਹੈ, ਅਗਲਿਆਂ ਨੂੰ ਟਾਈਮ ਮਿਲਿਆ ਵੀਰ ਜੀ ਤਾਂ ਹੀ ਹੈ। ਪਰ ਦੇਖੋ ਟਾਈਮ ਜੇ ਮਿਲਿਆ ਤੇ ਉਹਦੇ ਵਿੱਚ ਦੇਖੋ ਵਿਚਾਰਨ ਵਾਲੀ ਗੱਲ ਇਹ ਆ ਵੀ ਕੱਲ੍ਹ ਜਿਹੜੀ ਚੀਜ਼ ਦੀ ਆਪਾਂ ਗੱਲ ਕਰਦੇ ਸੀ ਉਹਦੇ 'ਚ ਜਿਹੜਾ ਸ਼ੰਕਾ ਤੁਸੀਂ ਕਹਿੰਦੇ ਸੀ, ਉਹ ਸ਼ੰਕੇ ਤੇ ਰਾਵਤ ਸਾਹਿਬ ਕਹਿੰਦੇ ਗੱਲ ਹੀ ਨਹੀਂ ਹੋਈ। ਕਿਉਂਕਿ ਕਹਿੰਦੇ 1 ਘੰਟਾ ਸੋਨੀਆ ਗਾਂਧੀ ਹੋਰਾਂ ਟਾਈਮ ਦਿੱਤਾ ਤੇ ਇਹੋ ਜਿਹੀ ਤੇ ਕੋਈ ਗੱਲ ਨਹੀਂ ਹੋਈ ਵੀ ਮੰਤਰੀ ਮੰਡਲ 'ਚ ਕੋਈ ਫੇਰ ਬਦਲ ਕਰਨਾ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ। ਬਸ ਉਹ ਜੇ 18 ਨੁਕਾਤੀ ਪ੍ਰੋਗਰਾਮ ਸੀ ਉਹਦੇ ਤੇ ਕਹਿੰਦੇ ਕੈਪਟਨ ਸਾਹਿਬ ਨੇ ਡਿਟੇਲ 'ਚ ਸਮਝਾਇਆ ਕਿ ਜੀ ਪਹਿਲੇ ਨੁਕਤੇ ਤੇ ਇੱਥੇ ਪਹੁੰਚੇ ਹਾਂ, ਦੂਜੇ ਤੇ ਇੱਥੇ, ਤੀਜੇ ਤੇ ਉੱਥੇ, 18ਵੇਂ ਨੁਕਤੇ ਤੇ ਕੰਮ ਚੱਲ ਰਿਹਾ। ਤੇ ਕਹਿੰਦੇ ਕਿ ਬਹੁਤ ਸੈਟਿਸਫਾਈ ਸੀਗੇ ਸੋਨੀਆ ਗਾਂਧੀ ਹੋਰੀ। ਪੰਜਾਬ ਦੇ ਲੋਕ ਉਹਨਾਂ 18 ਮਸਲਿਆਂ ਦੇ ਵਿੱਚੋਂ ਇੱਕ ਬਿਜਲੀ ਦਾ ਚਾਹੁੰਦੇ ਆ, ਇੱਕ ਨਸ਼ੇ ਦਾ ਚਾਹੁੰਦੇ ਆ, ਇੱਕ ਬੇਅਦਬੀ ਦਾ ਚਾਹੁੰਦੇ ਆ, ਬੇਰੁਜ਼ਗਾਰੀ ਦਾ ਚਾਹੁੰਦੇ ਆ। ਇੱਦਾਂ ਦੇ ਹੀ ਨੇ। ਉਹਨਾਂ 18 ਦੇ ਵਿੱਚੋਂ ਵੀ ਛਾਣ ਕੇ 5 ਦਿੱਤੇ ਸੀ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਉਹਨਾਂ ਦੇ 4 ਜਿਹੜੇ ਨਾਲ ਦੇ ਬੰਦੇ ਨੇ ਸਾਥੀ। ਨਹੀਂ ਨਾ ਉਹ ਵੀ ਪ੍ਰਧਾਨ ਨੇ ਸਾਰਾ। ਹਾਂਜੀ, ਕਾਰਜਕਾਰੀ ਸ਼ਬਦ ਵਰਤਣਾ ਪ੍ਰਧਾਨ ਨਾਲ। ਸਾਥੀ ਨਹੀਂ ਨਾ ਚਲੋ, ਕਿਉਂਕਿ ਜਿਹੜੇ ਕੰਮ ਦਾ ਕਰਕੇ ਰੌਲਾ ਪਿਆ ਸੀ ਤੁਸੀਂ ਉਹ ਸ਼ਬਦ ਹੀ ਲਾ ਦਿੰਦੇ ਨਾਲ। 2 ਵਾਰੀ ਲਾ ਦਿੰਦੇ ਆ। ਹਾਂ, ਇਹ ਲਾਉਣਾ ਬਹੁਤ ਜ਼ਰੂਰੀ। ਤੁਸੀਂ ਇਹ ਵੀ ਕਹਿੰਦੇ ਨਾ ਵੀ ਮਤਲਬ ਕਾਂਗਰਸ ਦੇ ਮੁਖੀ ਜਾਂ ਨਵਜੋਤ ਸਿੱਧੂ, ਇਦਾਂ ਨਹੀਂ, ਕਾਂਗਰਸ ਪ੍ਰਧਾਨ ਕਹਿਣਾ। ਕਾਂਗਰਸ ਪ੍ਰਧਾਨ, ਰੌਲਾ ਹੀ ਸਾਰਾ ਪ੍ਰਧਾਨਗੀ ਦਾ। ਨਹੀਂ ਬਿਲਕੁਲ ਠੀਕ ਹੈ। ਹੁਣ ਸੰਧਾਲੀਆ ਸਾਹਿਬ ਦੇਖੋ, ਠੀਕ ਉੱਥੇ ਕਾਂਗਰਸ ਪਾਰਟੀ ਨੇ ਆਪਣੇ ਪੱਧਰ ਤੇ ਫੈਸਲੇ ਲੈਣੇ ਆ। ਮਹੀਨੇ ਰਹਿੰਦੇ ਆ 6 ਚੋਣਾਂ 'ਚ, ਉਹਦੇ ਵਿੱਚੋਂ ਵੀ 2 ਮਹੀਨੇ ਪਹਿਲਾਂ ਕੋਡ ਆਫ ਕੰਡਕਟ ਕੰਮ ਕੋਈ ਨਹੀਂ ਹੋਣਾ। 4 ਰਹਿ ਗਏ 125 ਦਿਨ। ਇਸ 125 ਦਿਨਾਂ ਦੇ ਵਿੱਚ ਤੁਸੀਂ ਸਾਰੇ ਮੰਤਰੀ ਪਰਲੇ ਪਾਸੇ ਰੇੜ ਕੇ ਨਵੇਂ ਬਣਾ ਲਓ, ਵਿਭਾਗ ਬਦਲ ਦਿਓ, 4 ਬਦਲ ਦਿਓ, 6 ਬਦਲ ਦਿਓ, 8 ਬਦਲ ਦਿਓ। ਪੰਜਾਬ ਦੇ ਲੋਕਾਂ ਨੇ ਕੰਮ ਦੇਖਣਾ। ਤੁਸੀਂ ਇੱਕ ਗੱਲ ਤਾਂ ਮੰਨ ਕੇ ਚੱਲੋ ਨਾ ਕਿ ਅੱਜ ਸਵਾਦ ਬਹੁਤ ਆਉਂਦਾ ਹੋਊਗਾ ਮੰਤਰੀ ਬਦਲਣੇ ਆ, ਕਿਹੜਾ ਬਦਲ ਜਾਣਾ, ਕਿਹੜਾ ਰਹਿ ਜਾਣਾ। ਹਰ ਇੱਕ ਬੰਦਾ ਆਪਣੇ ਹਿਸਾਬ ਨਾਲ ਐਤਕੀ ਬਾਜਵਾ ਸਾਹਿਬ ਦੇ ਭਰਾ ਨੇ ਮੰਤਰੀ ਲੱਗਣਾ ਹੀ, ਦੂਸਰੇ ਬੰਦੇ ਨੇ ਕਹਿਣਾ ਨਾ 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 ਡਾਕਟਰ ਰਾਜਕੁਮਾਰ ਵੇਰਕਾ ਵੱਟ ਤੇ ਪਏ ਆ, ਉਹ ਮੰਤਰੀ ਹੋਣਗੇ ਪੱਕਾ। ਤੀਸਰੇ ਕਹਿਣਾ ਨਾ ਫਲਾਨਾ ਬੰਦਾ ਕੁਲਜੀਤ ਸਿੰਘ ਨਾਗਰੇ ਨੂੰ ਉਹਨਾਂ ਨੇ ਬਣਾਉਣਾ ਹੀ ਬਣਾਉਣਾ। ਇਹ ਚਰਚਾਵਾਂ ਚੱਲਣੀਆਂ। ਪਰ ਰੌਲਾ ਕੀ ਹੈ? ਪੰਜਾਬ ਦੇ ਲੋਕਾਂ ਨੇ ਸਰਕਾਰ ਕਾਹਦੇ ਲਈ ਬਣਾਈ ਸੀ? ਵੋਟਾਂ ਕਾਹਦੇ ਲਈ ਪਾਈਆਂ ਸੀ? ਇਸ ਕਰਕੇ ਨਹੀਂ ਸੀ ਪਾਈਆਂ ਕਿ ਕਿਹੜਾ ਬੰਦਾ ਮੰਤਰੀ ਤੁਸੀਂ ਬਣਾਓ। ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਉਹਦੀ ਫੋਟੋ ਲਾ ਕੇ ਧੂਫ ਨਹੀਂ ਦੇਣੀ। ਲੋਕਾਂ ਨੇ ਤਾਂ ਸਰਕਾਰ ਇਸ ਕਰਕੇ ਬਣਾਈ ਸੀ ਕਿ ਕੰਮ ਕਰੋ, ਚਾਹੇ ਉਹ ਬਿਜਲੀ ਦਾ ਮੁੱਦਾ, ਚਾਹੇ ਬੇਅਦਬੀ ਦਾ ਮੁੱਦਾ, ਭਾਵੇਂ ਰੁਜ਼ਗਾਰ ਦਾ ਮੁੱਦਾ, ਭਾਵੇਂ ਖੇਤੀ ਦਾ ਮੁੱਦਾ, ਜਿਹੜੇ ਵੀ ਮਰਜ਼ੀ ਮੁੱਦੇ ਦੀ ਗੱਲ ਲੈ ਲਈਏ, ਸਿਹਤ, ਸਿੱਖਿਆ, ਉਹਨਾਂ ਮੁੱਦਿਆਂ ਦੇ ਉੱਤੇ ਕੰਮ ਕਰੋ। ਹਾਂ, ਜੇ ਤੁਸੀਂ ਇੱਕ ਬੰਦੇ ਨੂੰ ਕੁਰਸੀ ਤੇ ਬਿਠਾਉਣਾ ਹੈ, 2 ਬੰਦੇ ਪਿੱਛੇ ਖੜੇ ਆ ਕਿ ਉੱਠੇ ਤਾਂ ਮੈਂ ਛੇਤੀ ਦੇਣੀ ਬੈਠਾ, ਫਿਰ ਤਾਂ ਪੰਜਾਬ ਦੇ ਲੋਕਾਂ ਨੂੰ ਕੋਈ ਲੈਣਾ ਦੇਣਾ ਨਹੀਂ। ਠੀਕ ਹੈ, ਰਾਵਤ ਸਾਹਿਬ ਨੇ ਚੰਗਾ ਹੋਇਆ ਟਾਈਮ ਨਾਲ ਕਹਿਤਾ ਜੀ ਉਸ ਮੁੱਦੇ ਤੇ ਤਾਂ ਗੱਲ ਹੀ ਨੂੰ ਫਿਰ ਕਿਹ ਤੇ ਹੋਈ ਹੈ। ਰਾਵਤ ਸਾਹਿਬ ਮੜ ਜਾ ਤੁਸੀਂ ਸਮਝਾ ਦਿਓ ਕਿ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਛੱਡ ਕੇ ਦਿੱਲੀ ਆਏ ਨੇ, ਦਿੱਲੀ ਆ ਕੇ ਬੀਬੀ ਜੀ ਨੂੰ ਮਿਲੇ ਨੇ। ਜੇ 18 ਨੁਕਤੇ ਵੀ ਆ, 18 ਨੁਕਤਿਆਂ ਦੇ ਵਿੱਚੋਂ ਹਾਂ ਉਹਨਾਂ ਦੇ ਕੋਲੇ ਸਮਝਾਉਣ ਨੂੰ ਗੱਲਾਂ ਬਹੁਤ ਹੈਗੀਆਂ ਕਿ ਬਿਜਲੀ ਦੇ ਮੁੱਦੇ ਤੇ ਬੀਬੀ ਸੋਨੀਆ ਗਾਂਧੀ ਹੋਰਾਂ ਨੇ ਉਸ ਦਾ ਚਿੱਠੀ ਫੜ ਲਈ ਹੋਵੇ। ਅੱਛਾ 18 ਨੇ। कैप्टन साहब बताइए फिर बिजली के मुद्दे पे। मैडम चिट्ठी लिखी आ, मैं तो पावरकाम नूं कहता कि जे करना रद्द तलवंडी साहब वाला चक के परे मारो बरका पाड़ दिओ, गल ही कोई नहीं। अच्छा बेअदबी वाले मुद्दे की क्या टीमां लगियां, चलान पेश करता, बखरी गल आ, बाकियां दी जमानतां हो गई। अच्छा तुसीं आंदे हो खेती, असीं स्टैंड लै लिया, ਅਸੀਂ ਪੂਰਾ ਸਟੈਂਡ ਲੈ ਲਿਆ ਕਿਸਾਨਾਂ ਦੇ ਹੱਕ ਦੇ ਵਿੱਚ। ਅਸੀਂ ਕੇਂਦਰ ਸਰਕਾਰ ਨੂੰ ਕਹਿਤਾ ਕਿ ਖੇਤੀ ਕਾਨੂੰਨ ਰੱਦ ਕਰੋ। ਨਹੀਂ ਪਰ ਦੇਖੋ ਇਹ ਵੀ ਵਧੀਆ ਗੱਲ ਹੈ ਵੀ ਸੋਨੀਆ ਗਾਂਧੀ ਹੋਰਾਂ ਨੇ ਅੱਗੋਂ ਇਹ ਨਹੀਂ ਪੁੱਛਣਾ ਵੀ ਜਿਹੜਾ ਪਹਿਲਾ ਸਟੈਂਡ ਸੀ ਉਹਦਾ ਕੀ ਬਣਿਆ। ਨਹੀਂ ਉਹਦਾ ਲਾ ਕੇ ਨਵਾਂ ਲੱਗਦਾ। ਅੱਛਾ ਹੋ ਸਕਦੀ ਗੱਲਬਾਤ ਕਿਵੇਂ, ਉਹ ਕਹਿੰਦਾ ਵੀ ਤੁਸੀਂ ਸਟੈਂਡ 'ਚ ਲੈਂਦੇ ਵਾਰ-ਵਾਰ ਸਾਈਕਲ ਹੀ ਲੈ ਲਓ। ਚਲੋ ਜੋ ਵੀ ਹੈ, ਕੁੱਲ ਮਿਲਾ ਕੇ ਇੱਕ ਗੱਲ ਤਾਂ ਹੈਗੀ, ਤੁਸੀਂ ਸਵਾਲ ਕੀਤਾ ਵੀ ਰਾਵਤ ਸਾਹਿਬ ਨੇ ਇਹ ਨਹੀਂ ਦੱਸਿਆ ਵੀ ਗੱਲ ਕਾਹਤੇ ਹੋਈ। ਮੈਨੂੰ ਲੱਗਦਾ ਵੀ ਇੱਕ ਗੱਲ ਜਿਹੜੀ ਬਹੁਤ ਹੀ ਲੋਕੀ ਛਿਪੀ ਉਹ 'ਤੇ ਸ਼ਾਇਦ ਜ਼ਿਆਦਾ ਹੋਈ ਹੋਵੇ ਜੀ, ਕਿਉਂਕਿ ਕਹਿੰਦੇ ਆ ਵੀ ਕੈਪਟਨ ਸਾਹਿਬ ਨੇ ਸ਼ਿਕਾਇਤ ਫਿਰ ਲਾਈ। ਹੁਣ ਸ਼ਿਕਾਇਤ ਸ਼ਬਦ ਕਹਿ ਲਓ, ਥੋੜ੍ਹਾ ਰੋਸਾ ਕਹਿ ਲਓ,
ਉਹ ਕਹਿੰਦੇ ਵੇਖੋ ਇਹ ਬੰਦਾ ਹਟਦਾ ਨਹੀਂ ਜੀ। ਅੱਜ ਵੀ ਮੈਂ ਜਿੱਦਾਂ ਨੇ ਮਗਰੋਂ ਆਵਾਜ਼ ਮਾਰਨ ਵਾਲੀ ਗੱਲ, ਮੈਂ ਇੱਧਰ ਨੂੰ ਤੁਰਿਆ ਮਗਰੋਂ ਟਵੀਟ ਕਰਤੇ। ਹੁਣ ਇਹ ਕੋਈ ਪਾਰਟੀ ਮਜ਼ਬੂਤੀ ਵਾਲੀਆਂ ਗੱਲਾਂ ਤਾਂ ਨਹੀਂ ਹੈਗੀਆਂ ਜੀ, ਤੁਸੀਂ ਆਪ ਦੱਸੋ। ਨਹੀਂ, ਆਹ ਜਿਹੜੀ ਸ਼ਿਕਾਇਤ ਆ ਨਾ, ਹਾਂ, ਇਹਦਾ ਜਵਾਬ ਕੋਈ ਨਹੀਂ ਹੋਣਾ। ਵੈਸੇ ਬੀਬੀ ਸੋਨੀਆ ਗਾਂਧੀ ਸਿਆਣੇ ਆ, ਉਹਨਾਂ ਨੇ ਪੁੱਛਿਆ ਹੁਣ ਕਿਆ ਕਹਤੇ ਹੋ ਸਿੱਧੂ ਸਾਹਿਬ, ਫਿਰ ਕਿਆ ਉਹ ਜੀ ਉਹ ਨਸ਼ਿਆਂ ਵਾਲਾ ਮੁੱਦਾ ਕੱਢੀ ਫਿਰਦੇ ਹੋ, ਕਰ ਦਿਓ ਫਿਰ ਕਾਰਵਾਈ। ਉਹ ਕਹਿੰਦੇ ਹੋਣੇ ਉਹ ਜੀ ਉਹ ਬਿਜਲੀ ਵਾਲੇ ਮੁੱਦੇ ਤੇ ਉਹ ਕਹਿੰਦੇ ਨੂੰ ਕਰ ਦਿਓ ਫਿਰ। ਜਾਂ ਤਾਂ ਕਹੋ ਕਿ ਗੈਰ ਕਾਨੂੰਨੀ ਆ, ਕੀਤਾ ਨਹੀਂ ਜਾ ਸਕਦਾ, ਜਾਂ ਤੁਹਾਨੂੰ ਲੱਗਦਾ ਕਿ ਭਾਈ ਜੋ ਮੌਜੂਦਾ ਸਥਿਤੀ ਹੈਗੀ ਬਿਲਕੁਲ ਠੀਕ ਹੈ, ਇਸ ਕਰਕੇ ਕਹਿੰਦੇ ਚਲੋ ਕੋਈ ਗੱਲ ਨਹੀਂ, ਛੋਟਾ ਮੈਂ ਤਾਂ ਖਿਲਾਇਆ ਆ, ਕਰ ਲੈਣ ਤੇ ਫਿਰ ਜੋ ਕਰਦਾ। ਹਾਂ ਚਲੋ ਇਹ ਵੀ ਹੋ ਸਕਦਾ, ਪਰ ਚਲੋ ਕੁੱਲ ਮਿਲਾ ਕੇ ਇੰਨਾ ਵੀ ਕੈਪਟਨ ਸਾਹਿਬ ਦੀ ਇੱਧਰਲੇ ਪਾਸੇ ਪਾਰਟੀ ਵਾਲੀ ਮੀਟਿੰਗ ਤੇ ਹੋ ਗਈ, ਪਰ ਉਹਨਾਂ ਮੁੱਖ ਮੰਤਰੀ ਵਾਲੀ ਮੀਟਿੰਗ ਵੀ ਕੀਤੀ। ਬਕਾਇਦਾ ਅਮਿਤ ਸ਼ਾਹ ਹੋਰਾਂ ਕੋਲੋਂ ਸਮਾਂ ਲਿਆ, ਨਾਲ ਬਹਿ ਕੇ ਗੱਲਾਂ ਕੀਤੀਆਂ। ਪਹਿਲਾਂ ਤੇ ਸਿਹਤ ਦਾ ਹਾਲ ਚਾਲ ਪੁੱਛਿਆ ਉਹਨਾਂ ਦਾ, ਕਿਉਂਕਿ ਢਿੱਲੇ ਹੋ ਗਏ ਨਾ ਪਿਛਲੇ ਦਿਨੀ। ਉਹ ਕਹਿੰਦੇ ਮੈਂ ਹੁਣ ਮੈਂ ਠੀਕ ਹਾਂ, ਚਾਹ ਲਾਓ, ਕਹਿੰਦੇ ਲੈ ਫਿੱਕੀ ਲੈ ਆਓ ਜੀ। ਕਿਸੇ ਵੇਲੇ ਬੰਦਾ ਸੋਚਦਾ ਯਾਰ ਤੁਸੀਂ ਨਾਲ ਬੈਠੇ ਰਹੇ। ਦੇਖੋ ਕਈ ਵਾਰ ਹੁੰਦਾ ਕਹਾਣੀ ਸੁਣਾਉਣ ਦਾ ਨਾਲ ਬੈਠੇ ਨਹੀਂ ਰਹੇ, ਮੇਰਾ ਤਾਂ ਕੋਈ ਲੈਣਾ ਦੇਣਾ ਹੀ ਨਹੀਂ ਵਿੱਚ। ਤੁਸੀਂ ਤਾਂ ਹੋ ਸਕਦਾ ਵੀਡੀਓ ਕਾਲ ਤੇ ਕੈਪਟਨ ਸਾਹਿਬ ਕਹਿੰਦੇ ਨੇ ਨਾਲ ਰਹਿਣਾ ਹੀ, ਜੇ ਕੋਈ ਗੱਲਬਾਤ ਹੋਈ ਵਿੱਚ ਬੋਲਣਾ ਹੀ। ਅੱਛਾ, ਨਹੀਂ ਤੁਹਾਨੂੰ ਤਾਂ ਪਤਾ ਹੋ। ਅੱਛਾ ਮੇਰੀ ਗੱਲ ਸੁਣੋ, ਉੱਥੇ ਕਹਿੰਦੇ ਆ ਵੀ ਕੈਪਟਨ ਸਾਹਿਬ ਨੇ ਇਹ ਕਿਹਾ ਵੀ ਦੇਖੋ ਗੱਲ ਇਹ ਆ ਮਹਾਰਾਜ ਵੀ ਤੁਸੀਂ ਬੰਦੇ ਆ ਵੱਡੇ, ਤੁਹਾਡਾ ਅੰਦਰ ਖਾਤੇ ਕੀ ਚੱਲਦਾ ਕੀ ਨਹੀਂ ਚੱਲਦਾ ਮੈਨੂੰ ਲੈਣਾ ਦੇਣਾ ਨਹੀਂ, ਪਰ ਕਾਰਨ ਹੈ ਵੀ ਸੂਬਾ ਮੇਰਾ ਸਰਹੱਦੀ ਆ। ਅਜੇ ਕੱਲ ਉੱਥੇ ਡਰੋਨ ਰਾਹੀਂ ਕੁਛ ਨਾ ਕੁਛ ਹੋਰ ਸੁੱਟੀ ਫਿਰਦੇ ਆ, ਪਰ ਇਹ ਗਵਾਂਢ ਚੋਂ ਕਈ ਤਰ੍ਹਾਂ ਦੀਆਂ ਚਿਚੜੀਆਂ ਛਿੜਨ ਡਈਆਂ, ਬਾਹਰੋਂ ਵੀ ਕਈ ਕੁਛ ਹੋਣ ਡਿਆ। ਤੇ ਜਿੰਨੀ ਉੱਥੇ ਲੋਕਾਂ ਦੇ ਵਿੱਚ ਉਹ ਸਥਿਰਤਾ ਜੀ ਰਹੂਗੀ, ਜਿੰਨਾ ਰੋਸਾ ਰਹੂਗਾ, ਜਿੰਨਾ ਗੁੱਸਾ ਰਹੂਗਾ ਨਾ, ਉਹ ਤੰਗ ਕਰੂਗਾ। ਤੇ ਤੁਸੀਂ ਇਦਾਂ ਕਰੋ ਵੀ ਭਾਵੇਂ ਜੋ ਮਰਜ਼ੀ ਹੋ ਜੇ, ਆਹ ਖੇਤੀ ਵਾਲਾ ਮਸਲਾ ਹੱਲ ਕਰੋ। ਮੈਨੂੰ ਲੱਗਦਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਗੱਲਾਂ ਠੀਕ ਆਖੀਆਂ। ਉਹਨਾਂ ਨੇ ਇੱਕ ਤਾਂ ਇਹ ਵੀ ਕਿਹਾ ਕਿ ਅਮਿਤ ਸ਼ਾਹ ਜੀ ਤੁਸੀਂ ਦੇਸ਼ ਦੇ ਗ੍ਰਹਿ ਮੰਤਰੀ ਹੋ, ਅਮਨ ਕਾਨੂੰਨ ਦੀ ਸਥਿਤੀ ਤੁਹਾਡੇ ਅਧੀਨ ਆਉਂਦੀ ਹੈ। ਅੱਜ ਜਿਹੜੇ ਦਿੱਲੀ ਦੀਆਂ ਬਰੂਹਾਂ ਤੇ ਮੋਰਚਾ ਲਾ ਕੇ ਬੈਠੇ, ਉਹਨਾਂ ਦੇ ਵਿੱਚੋਂ 5 ਕਿਸਾਨ ਲੀਡਰਾਂ ਦੀ ਜਾਨ ਨੂੰ ਖਤਰਾ। ਨਾ ਹਰਿਆਣੇ ਦੀ ਪੁਲਿਸ ਤੋਂ ਸਿਕਿਉਰਿਟੀ ਲੈਂਦੇ ਆ, ਨਾ ਪੰਜਾਬ ਦੀ ਤੋਂ। ਹੁਣ ਮੈਂ ਇੱਥੇ ਪਹਿਲਾਂ ਇੱਕ ਬ੍ਰੇਕ ਲੈਣ ਲੱਗਿਆ। ਤੁਹਾਨੂੰ ਯਾਦ ਹੋਣਾ ਇੱਕ ਵਾਰੀ ਬਲਵੀਰ ਸਿੰਘ ਰਾਜੇਵਾਲ ਪੰਜਾਬ ਆਏ ਸੀ, ਇੱਕ ਬਹੁਤ ਵੱਡੀ ਕਿਸਾਨ ਮਜ਼ਦੂਰ ਮਹਾਪੰਚਾਇਤ ਨੂੰ ਸੰਬੋਧਨ ਕੀਤਾ ਸੀ। ਉਹਨਾਂ ਦੇ ਨਾਲ ਸਟੇਜ ਤੋਂ ਥੱਲੇ ਆਉਂਦਿਆਂ ਤੇ ਸਟੇਜ ਵੱਲ ਨੂੰ ਜਾਂਦਿਆਂ 4-5 ਪੁਲਿਸ ਵਾਲੇ ਸੀ। ਸੋਸ਼ਲ ਮੀਡੀਆ ਦੇ ਉੱਤੇ ਕਿੰਨਾ ਵੱਡਾ ਪ੍ਰਚਾਰ ਹੋਇਆ ਸੀ, ਆ ਦੇਖ ਲਓ ਕਿਸਾਨ ਲੀਡਰ ਸਿਕਿਉਰਿਟੀ ਲਈ ਫਿਰਦੇ ਆ। ਮੁੜ ਕੇ ਗੱਲ ਆਈ ਗਈ ਹੋਗੀ, ਉਹ ਕਹਿੰਦੇ ਸੀ ਮੈਂ ਕੋਈ ਸਿਕਿਉਰਿਟੀ ਨਹੀਂ ਲਈ। ਉਹਦੀਆਂ ਕੱਟ ਕੇ ਵੀਡੀਓ ਪਾਈਆਂ ਗਈਆਂ ਸੀ। ਤੇ ਅੱਜ ਜਦੋਂ ਪੰਜਾਬ ਦਾ ਮੁੱਖ ਮੰਤਰੀ ਦੇਸ਼ ਦੇ ਗ੍ਰਹਿ ਮੰਤਰੀ ਦੇ ਕੋਲੇ ਜਾ ਕੇ ਕਹਿੰਦਾ ਜੀ ਕਿਸਾਨ ਲੀਡਰ ਨਾ ਸਾਡੇ ਤੋਂ ਸਿਕਿਉਰਿਟੀ ਲੈਂਦੇ ਆ, ਨਾ ਹਰਿਆਣੇ ਵਾਲਿਆਂ ਤੋਂ, ਕਿਰਪਾ ਕਰਕੇ ਕੇਂਦਰ ਸਰਕਾਰ ਵੱਲੋਂ ਉਹਨਾਂ 5 ਕਿਸਾਨ ਲੀਡਰਾਂ ਨੂੰ ਸੁਰੱਖਿਆ ਤੁਸੀਂ ਦਿਓ, ਉਹਨਾਂ ਨੂੰ ਜਾਨ ਨੂੰ ਖਤਰਾ ਹੈ। ਇਸ ਗੱਲ ਨੇ, ਇਸ ਦਾਅਵੇ ਨੇ ਆਪਣੇ ਆਪ ਉਸ ਚੀਜ਼ ਦੀ ਫੂਕ ਕੱਢ ਦਿੱਤੀ ਜਿਨ੍ਹਾਂ ਲੋਕਾਂ ਨੇ ਛੱਜ 'ਚ ਪਾ ਕੇ ਉਦੋਂ ਬਲਵੀਰ ਸਿੰਘ ਰਾਜੇਵਾਲ ਨੂੰ ਛੱਟਿਆ ਸੀ, ਸਿਕਿਉਰਿਟੀ ਲੈ ਲਈ, ਸਿਕਿਉਰਿਟੀ ਲੈ ਲਈ। ਉਹ ਕਹਿੰਦੇ ਮੈਂ ਨਹੀਂ ਲੈਂਦਾ, ਮੇਰੇ ਨਾਲ ਆਪੇ ਹੀ ਤੋੜ ਦਿੰਦੇ, ਦੱਸੋ ਮੈਂ ਧੱਕੇ ਮਾਰਾਂ ਉਹਨਾਂ ਨੂੰ। ਦੂਸਰੀ ਗੱਲ, ਉਹ ਕਹਿੰਦੇ ਜੀ ਕਿਸਾਨ ਬਰੂਹਾਂ ਤੇ ਬੈਠੇ ਆ, ਲੋਕਾਂ ਦੇ ਵਿੱਚ ਅਸੰਤੋਸ਼ ਫੈਲ ਰਿਹਾ, ਤੁਸੀਂ ਜਿੰਨੀ ਛੇਤੀ ਹੋ ਸਕਦਾ ਖੇਤੀ ਕਾਨੂੰਨ ਰੱਦ ਕਰ ਦਿਓ, ਵਾਪਸ ਲੈ ਲਓ, ਇਹਨਾਂ ਨੂੰ ਘਰੀਂ ਤੋਰੋ। ਸਰਹੱਦੀ ਸੂਬਾ 25 ਕੰਪਨੀਆਂ ਕੇਂਦਰੀ ਬਲਾਂ ਦੀਆਂ ਸਾਨੂੰ ਦੇ ਦਿਓ, ਅਸੀਂ ਪੰਜਾਬ ਦੇ ਵਿੱਚ ਫਲਾਣੇ ਥਾਂ ਦੇ ਉੱਤੇ ਆ ਕੁਛ ਕਰਨਾ। ਕੈਪਟਨ ਸਾਹਿਬ ਨੇ ਗੱਲ ਠੀਕ ਕੀਤੀ, ਪਰ ਮੇਰੇ ਮਨ 'ਚ ਸਵਾਲ ਹੈ। 5 ਕਿਸਾਨ ਲੀਡਰਾਂ ਨੂੰ ਸੁਰੱਖਿਆ ਦੇਤੀ ਮੰਨ ਲਓ, 25 ਕੇਂਦਰੀ ਕੰਪਨੀਆਂ ਤੁਹਾਨੂੰ ਦੇਤੀਆਂ ਮੰਨ ਲਈਆਂ, ਖੇਤੀ ਕਾਨੂੰਨ ਵੀ ਰੱਦ ਕਰਤੇ ਮੰਨ ਲਿਆ, ਸਾਰਾ ਕੁਝ ਕਰ ਲਿਆ, ਪਰ ਕੀ ਇਹਦੇ ਤੋਂ ਬਾਅਦ ਜੇ ਕੋਈ ਦੇਸ਼ ਦਾ ਦੁਖੀ ਬੰਦਾ ਭਾਵੇਂ ਦੇਸ਼ ਦੇ ਅੰਦਰ ਬੈਠਾ ਤੇ ਭਾਵੇਂ ਦੇਸ਼ ਤੋਂ ਬਾਹਰ ਬੈਠਾ, ਉਹਦੇ ਕੋਲੇ ਕੋਈ ਇਦਾਂ ਦਾ ਕਲੂ ਨਹੀਂ ਹੋਣਾ? ਪੰਜਾਬ 'ਚ ਬੇਰੁਜ਼ਗਾਰੀ ਤਾਂ ਨਹੀਂ ਖਤਮ ਹੋ ਜਾਣੀ, ਪੰਜਾਬ ਦੇ ਵਿੱਚੋਂ ਨਸ਼ਾ ਤਾਂ ਨਹੀਂ ਖਤਮ ਹੋ ਜਾਣਾ, ਵੱਖ-ਵੱਖ ਵਰਗਾਂ ਦੇ ਲੋਕਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਸੀ, ਮੁੰਡੇ ਓਵਰੇਜ ਹੋਈ ਜਾਂਦੇ ਆ, ਨੌਕਰੀਆਂ ਮਿਲਦੀਆਂ ਨਹੀਂ, ਇੱਕੋ ਇੱਕ ਦਿਨ 2-2 ਇਮਤਿਹਾਨ ਰੱਖ ਦਿੱਤੇ ਜਾਂਦੇ ਆ ਨੌਕਰੀਆਂ ਦੇ। ਹੁਣ ਹੋਰ ਤੁਸੀਂ ਦੇਖ ਲਓ ਕਿ ਬਹੁਤ ਸਾਰੇ ਖਿਡਾਰੀ ਨੇ ਹੁਣੇ ਓਲੰਪਿਕ ਦੇ ਵਿੱਚੋਂ ਬੱਚੇ ਜਿੱਤ ਕੇ ਆਏ ਆ, ਉਹਨਾਂ ਦੇ ਬਾਬਤ ਤਾਂ ਇਹ ਕਹਿਤਾ ਜਾਂਦਾ ਸੀ ਕਿ ਠੀਕ ਹੈ ਭਾਈ ਅਸੀਂ ਇਨਾਮ ਦੇਵਾਂਗੇ। ਢੁੱਡੀਕਿਆਂ ਦੀ ਇੱਕ ਕੁੜੀ ਰੋਇੰਗ ਦੇ ਵਿੱਚ ਏਸ਼ੀਆਈ ਖੇਡਾਂ ਦੇ ਤਿਆਰੀ ਕੈਂਪ ਲਈ ਚੁਣੀ ਗਈ ਹੈ, ਬੱਚੀ ਦੇ ਡੈਡੀ ਦੀ ਮੌਤ ਹੋ ਗਈ ਹੈ ਤੇ ਬੱਚੀ ਦੇ ਕੋਲੇ ਉੱਥੇ ਜਾਣ ਨੂੰ ਜਿੰਨਾ ਖਰਚਾ ਚਾਹੀਦਾ ਉਹ ਹੈ ਨਹੀਂ, ਸਰਕਾਰ ਨੇ ਅੱਜ ਤੱਕ ਮਾਂ ਨਹੀਂ ਫੜੀ। ਜਾਣੀ ਇਦਾਂ ਦੇ ਬਹੁਤ ਸਾਰੇ ਲੋਕ ਨੇ ਮੋਹਾਲੀ ਦੇ ਵਿੱਚ ਬੈਠੇ ਆ, ਕਦੇ ਕਿਤੇ ਅੰਗਹੀਣ ਧਰਨਾ ਲਾ ਕੇ ਬੈਠੇ ਆ, ਕਿਤੇ ਕੱਚੇ ਅਧਿਆਪਕ ਬੈਠੇ ਆ, ਕਿਤੇ ਬੇਰੁਜ਼ਗਾਰ ਬੈਠੇ ਆ। ਜੇ ਕੇਂਦਰ ਦੀ ਸਰਕਾਰ ਤੁਹਾਡੀ ਗੱਲ ਕੈਪਟਨ ਸਾਹਿਬ ਮੰਨ ਵੀ ਲੈਂਦੀ ਹੈ ਕਿ ਖੇਤੀ ਕਾਨੂੰਨ ਰੱਦ ਕਰਤੀ, ਕਿਸਾਨ ਵਾਪਸ ਆ ਗਏ, ਕਿਸਾਨ ਜਿਹੜੇ ਲੀਡਰ ਨੇ ਉਹਨਾਂ ਨੂੰ ਸੁਰੱਖਿਆ ਦੇ ਦਿੱਤੀ ਹੈ, 25 ਕੇਂਦਰੀ ਬਲਾਂ ਵੀ ਦੇ ਦਿੱਤੇ, ਪਰ ਦੂਸਰਾ ਦੇਸ਼ ਜਾਂ ਦੂਸਰੀ ਕੋਈ ਤਾਕਤ ਤੁਹਾਡੇ ਬੰਦਿਆਂ ਨੂੰ ਤਾਂ ਵਰਤੂ ਨਾ ਜੇ ਉਹਨਾਂ ਬੰਦਿਆਂ ਦਾ ਤੁਹਾਡੇ 'ਚ ਯਕੀਨ ਨਹੀਂ ਹੋ। ਕੇਂਦਰ ਨੂੰ ਤਾਂ ਆਪਾਂ ਕਹੀ ਜਾਂਦੇ ਕੀ ਆਪਾਂ ਪੰਜਾਬ ਦੇ ਲੋਕਾਂ ਦੇ ਵਿੱਚ ਆਪਣਾ ਯਕੀਨ ਬਹਾਲ ਕੀਤਾ, ਕੀ ਉਹਨਾਂ ਦਾ ਭਰੋਸਾ ਜਿਹੜਾ ਆਪਾਂ ਵੋਟਾਂ ਤੋਂ ਪਹਿਲਾਂ ਲਿਆ ਸੀ ਜਿੱਤਿਆ?
ਗੱਲ ਪਤਾ ਕੀ ਨਹੀਂ, ਸਵਾਲ ਤੁਹਾਡਾ ਬਿਲਕੁਲ ਜਾਇਜ਼ ਹੈ ਬਾਟ ਸਾਹਿਬ। ਇਹ ਨਾ ਹਾਲ ਪੰਜਾਬ ਦਾ ਪਤਾ ਕੀ ਹੈ ਵੀ ਤੂੜੀ ਵਾਲਾ ਕੋਠਾ ਹੋਵੇ ਤੇ ਥੋੜਾ ਜਿਹਾ ਵੱਧ ਪਾ ਲਈਏ ਤੂੜੀ ਉਹਦੇ 'ਚ, ਤੇ ਫਿਰ ਉਹ ਗੱਲ ਹੁੰਦੀ ਵੀ ਨਹੀਂ ਥੋੜੀ ਜਿਹੀ ਤੇ ਛੇੜ ਕੇ ਕੱਢੋ। ਹੁਣ ਪੰਡ ਤੇ ਪਾਉਣੀ ਹੀ ਪੈਣੀ ਹੈ ਜੀ, ਤੇ ਬੰਦਾ ਮੂੰਹ ਸਿਰ ਜਿਹਾ ਬੰਨ ਕੇ ਤੰਗਲੀ ਲੈ ਕੇ ਕਹਿੰਦਾ ਬਸ ਥੋੜਾ ਜਿਹਾ ਖੋਲੀ ਦਰਵਾਜ਼ਾ, ਕਾਨੇ ਮਾੜਾ ਜਿਹਾ ਐਂ ਕਰਕੇ ਨਾ ਬਸ ਥੋੜੀ ਜਿਹੀ ਘੜੀਸਣੀ ਹੈ। ਉਹ ਜਦੋਂ ਮਾੜਾ ਜਿਹਾ ਕਿਤੇ ਤੰਗਲੀ ਵੱਧ ਲੱਗ ਜਾਂਦੀ ਤੇ ਤੋਂ ਢਿੱਗ ਫੇਰ ਥੱਲੇ ਡਿੱਗ ਪੈਂਦਾ, ਕਹਿੰਦਾ ਪਾ ਲੈਣਾ ਖਲਾਰਾ। ਉਹ ਹਾਲਤ ਹੀ ਪੰਜਾਬ ਦੇ ਮੁੱਦਿਆਂ ਦਾ। ਕਰਨ ਕੀ ਲੀਡਰ? ਦੇਖੋ ਉਹ ਕਹਿੰਦੇ ਵੀ ਆ ਇੱਕ ਕਰਾ ਲਈਏ, ਕਹਿੰਦੇ ਇੱਕ ਕਿੱਦਾਂ ਕਰਾ ਲਈਏ, ਜਿਹੜੇ ਬਾਕੀ ਦੇ ਮਗਰ ਉਹਦਾ ਕੀ ਕਰਨਾ। ਸੋ ਇਹ ਖਲਾਰਾ ਇੰਨਾ ਉਲਝ ਗਿਆ, ਇੰਨੀ ਇਹ ਤਾਣੀ ਉਲਝ ਗਈ ਆ ਵੀ ਇੰਨੀ ਛੇਤੀ ਮੇਰੇ ਖਿਆਲ ਨਾਲ ਉਹ ਠੀਕ ਆ ਦਾਅਵੇ ਕਰਨ ਜਿਹੜੇ ਮਰਜ਼ੀ ਕਰੀ ਜਾਣਾ, ਵੋਟਾਂ ਆਉਣ ਵਾਲੀਆਂ ਮੈਨੀਫੈਸਟੋ ਦੇ ਵਿੱਚ ਉਹਨਾਂ ਨੇ ਐ ਸੋਨੇ ਦਾ ਬਣਾ ਦੇਣਾ ਪੰਜਾਬ, ਉਹ ਸਾਰਾ ਕੁਝ ਮਰਜ਼ੀ ਕਰਨ, ਪਰ ਅਸਲੀਅਤ ਬੜੀ ਦੂਰ ਹੈ। ਪਰ ਚਲੋ ਜੇ ਉਹਨਾਂ ਨੇ ਗੀੜਾ ਮਾਰਿਆ ਜੋ ਉਧਰੋਂ ਵੀ ਅਮਿਤ ਸ਼ਾਹ ਹੋਰਾਂ ਨੇ ਤੇ ਕੀ ਆਖਣਾ ਹੈ, ਨਹੀਂ ਕੋਈ ਗੱਲ ਨਹੀਂ ਫਿਰ ਆਪਾਂ ਕਰ ਦਿੰਨੇ, ਕਹਿੰਦੇ ਉਹਨਾਂ ਨੇ ਵੀ ਕਿਹੜਾ ਕੋਈ ਦਿਲ ਤੇ ਰੱਖਿਆ ਹੀ ਉਹਨਾਂ ਨੇ ਵੀ ਨਹੀਂ। ਪੂਰਾ ਚਾਹ ਦਾ ਕੱਪ ਜੇ ਪਿਆ ਆ, ਤੇ ਹੋ ਸਕਦਾ ਕਿ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ 2 ਘੰਟੇ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੇ ਨਾਲ ਵੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਮੁਲਾਕਾਤ ਹੋ ਜਾਏ। ਆਖਰਕਾਰ ਸਰਹੱਦੀ ਸੂਬੇ ਦੇ ਮੁੱਖ ਮੰਤਰੀ ਨੇ, ਬਹੁਤ ਚੰਗੀ ਗੱਲ ਹੈ ਜੇ ਕੇਂਦਰ ਸਰਕਾਰ ਦੇ ਕੋਲੇ ਪੰਜਾਬ ਦੇ ਕੁਝ ਮੁੱਦੇ ਅੜੇ ਪਏ ਆ, ਉਹਨਾਂ ਨੂੰ ਹੱਲ ਕਰਾਓ। ਪਰ ਨਾਲ ਦੀ ਨਾਲ ਜਿਹੜੀਆਂ ਆਪਦੀਆਂ ਸਰਕਾਰ ਦੀਆਂ ਸਰਕਾਰੀ ਪੱਧਰ ਦੀਆਂ ਜ਼ਿੰਮੇਵਾਰੀਆਂ ਸੰਧਾਲੀਆ ਸਾਹਿਬ ਉਹ ਨਿਭਾਉਣੀਆਂ ਬਹੁਤ ਜ਼ਰੂਰੀ ਹੈ। ਆਮ ਆਦਮੀ ਪਾਰਟੀ ਦੇ MLA ਗਏ ਰਾਜਪਾਲ ਸਾਹਿਬ ਦੇ ਕੋਲੇ, ਤੇ ਉਹ ਰਾਜਪਾਲ ਸਾਹਿਬ ਕੇਂਦਰ ਸਰਕਾਰ ਦੇ ਪੰਜਾਬ 'ਚ ਨੁਮਾਇੰਦੇ ਆ। ਉਹ ਕਹਿੰਦੇ 5 ਮੰਤਰੀ ਬਰਖਾਸਤ ਕਰੋ। ਅਸੀਂ ਨਹੀਂ ਕਹਿੰਦੇ ਉਹ ਮੰਤਰੀ ਕਸੂਰਵਾਰ ਆ, ਉਹ ਤਾਂ ਅਦਾਲਤਾਂ ਨੇ ਫੈਸਲਾ ਕਰਨਾ। ਪਰ ਉਹ ਆਮ ਆਦਮੀ ਪਾਰਟੀ ਦੇ ਵਿਧਾਇਕ ਜਦੋਂ 5 ਮੰਤਰੀਆਂ ਦਾ ਜ਼ਿਕਰ ਕਰਦੇ ਆ, ਉਹ ਕਹਿੰਦੇ ਜੀ ਆ ਦੇਖੋ ਸੁੰਦਰ ਸ਼ਾਮ ਅਰੋੜਾ ਸਾਹਿਬ ਹੁਸ਼ਿਆਰਪੁਰ ਤੋਂ ਨੇ, ਉਹਨਾਂ ਦੇ ਮਹਿਕਮੇ ਦੀ ਮੁਹੱਲੇ ਵਾਲੀ ਜ਼ਮੀਨ ਦੇਖੋ ਕਿੱਥੇ ਗਈ ਕਰੋੜਾਂ ਰੁਪਈਆਂ ਦੀ। ਫਿਰ ਬਲਬੀਰ ਸਿੰਘ ਸਿੱਧੂ ਸਾਹਿਬ ਦਾ ਜ਼ਿਕਰ ਕਰ ਦਿੱਤਾ, ਦੇਖੋ ਜੀ ਬਲਬੀਰ ਸਿੰਘ ਸਿੱਧੂ ਹੋਰਾਂ ਦਾ ਉਹ ਕੋਵਿਡ ਟੈਸਟ ਕਿੱਟਾਂ ਦਾ ਚਰਚਾ ਚੱਕ ਲਿਆ। ਮੁਹਾਲੀ ਦੇ ਵਿੱਚ ਇੱਕ ਜ਼ਮੀਨ ਦਾ ਰੇੜਕਾ ਪਿਆ, ਉਹਦੀ ਗੱਲ ਕਰ ਦਿੱਤੀ। ਸਾਧੂ ਸਿੰਘ ਧਰਮਸੋਤ ਹੋਰਾਂ ਦਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਮੁੱਦਾ ਚੱਕ ਲਿਆ। ਉਧਰਲੇ ਪਾਸੇ ਰਾਣਾ ਗੁਰਮੀਤ ਸੋਢੀ ਹੋਰਾਂ ਦਾ ਦੋਹਰੇ ਮੁਆਵਜ਼ੇ ਵਾਲਾ ਮੁੱਦਾ ਚੱਕ ਲਿਆ। ਇਸੇ ਤਰੀਕੇ ਆਸ਼ੂ ਸਾਹਿਬ, ਭਾਰਤ ਭੂਸ਼ਣ ਸਾਹਿਬ, ਉਹਨਾਂ ਦੇ ਮਹਿਕਮੇ ਦੇ ਵਿੱਚ ਤਾਂ ਖਲਾਰੇ ਕਈ ਪਏ ਆ। ਜਾਣੀ ਜਦੋਂ 17-18 ਦੇ ਵਿੱਚੋਂ 5 ਮੰਤਰੀਆਂ ਦੀਆਂ ਫਾਈਲਾਂ ਲੈ ਕੇ ਅਗਲੇ ਰਾਜਪਾਲ ਸਾਹਿਬ ਦੇ ਕੋਲੇ ਚਲੇ ਗਏ, ਕੋਈ ਨਾ ਕੋਈ ਸਪਸ਼ਟੀਕਰਨ ਤਾਂ ਉਧਰਲੇ ਪਾਸੇ ਵੀ ਬਣਦਾ ਕਿ ਭਾਈ ਇਹ ਸਾਰਾ ਕੁਝ ਹੋਈ ਕੀ ਜਾਂਦਾ ਹੈ। ਉਹਦਾ ਤਾਂ ਇੱਕੋ ਸਪਸ਼ਟੀਕਰਨ ਹੈ ਨਾ, ਇਹ ਵਿਰੋਧੀ ਨੇ ਇਹਨਾਂ ਦਾ ਤੇ ਕੰਮ ਹੀ ਰੌਲਾ ਪਾਉਣਾ ਹੈ। ਸਾਰਾ ਕੁਝ ਸਾਫ਼ ਹੈ। ਨਹੀਂ ਹਾਂ ਤੇ ਗੱਲ ਹੀ ਨਹੀਂ ਕਰਨੀ ਨਾ, ਤੁਸੀਂ ਕਾਲੇ ਪਏ ਨੇ। ਦੇਖੋ ਇਹ ਸਾਰਾ ਕੁਝ ਜਿਹੜਾ ਇਹ ਅਦਾਲਤਾਂ 'ਚ ਹੈ, ਅਸੀਂ ਬਿਲਕੁਲ ਵਾਈਟ ਪੇਪਰ ਥੋੜੇ ਦਿਨ ਤੱਕ ਜਾਰੀ ਕਰ ਦੇਣਾ। ਜੇ ਫਿਰ ਵੀ ਕਿਸ ਨੂੰ ਇਤਰਾਜ਼ ਹੈ ਤੇ ਉਹ ਕੋਰਟ 'ਚ ਜਾ ਸਕਦਾ, ਸਾਨੂੰ ਕੋਈ ਡਰ ਥੋੜਾ ਦਿੱਤੇ। ਮੇਰਾ ਇੱਕ ਸਵਾਲ ਹੈ, ਤੁਸੀਂ 2 ਕਰੋ, ਇੱਕੋ ਕਲੀਨ ਚਿੱਟ ਤੇ 5 ਨਾਂ ਲਿਖਣੇ ਆ ਕਿ 5 ਵੱਖਰੀਆਂ ਕਲੀਨ ਚਿੱਟ ਚਾਹੀਦੀਆਂ? ਨਹੀਂ ਕਲੀਨ ਚਿੱਟਾਂ ਬੜੀਆਂ। ਕਲੀਨ ਚਿੱਟ ਤੇ ਤੁਸੀਂ ਇਹ ਵੀ ਕਰਿਆ ਅੱਧਾ ਨਾ ਭਾਵੇਂ ਦੋਵਾਂ ਦੇ ਲਿਖਾ ਲਓ, ਇਹਦੇ 'ਚ ਫਰਕ ਪੈਂਦਾ। ਦੇਖੋ ਕਲੀਨ ਚਿੱਟਾਂ ਵਾਲੇ ਪਾਸੋਂ ਕਦੀ ਕਿਸੇ ਪਾਰਟੀ ਨੇ ਕੋਈ ਢਿੱਲ ਨਹੀਂ ਕੀਤੀ, ਨਾ ਹੋਣੀ ਕਰਨੀ। ਪਰ ਇਹ ਗੱਲ ਵੱਖਰੀ ਹੈ ਕਿ ਵੀ ਇਹ ਜਿਹੜੇ ਮੁੱਦੇ ਇਹ ਅੱਜ ਤਾਂ ਮੈਂ ਹੈਰਾਨ ਆ ਵੀ ਅਜੇ ਉਹਨਾਂ 5 ਕੀ ਛਿੜੇ, ਬਾਕੀਆਂ ਦੇ ਚਲੋ ਆਪਾਂ ਨਾਂ ਨਹੀਂ ਲੈਂਦੇ, ਉਹਨਾਂ ਦਾ ਕਿਉਂ ਢਿੱਲ ਗੁਜ਼ਾਰ ਗਿਆ। ਇਹ ਵੀ ਹੋ ਸਕਦਾ ਵੀ ਅਗਲੇ ਕਹਿਣ ਸ਼ੁਕਰ ਆ ਭਰਾਵਾ, ਜਮਾ ਇੱਕ ਨਹੀਂ ਹੁੰਦਾ ਵੀ ਕੰਨ ਦੇ ਲਾਗੋਂ ਦੀ ਲੰਘੀ ਜਮਾ ਖਹਿ ਕੇ। ਉਹ ਗੱਲ ਹੈ ਜੇ 3-4 ਹੋਰਨਾਂ ਨਾਲ ਹੋਈ ਆ, ਤੇ ਜੇ ਕੱਲ ਨੂੰ ਕਿਤੇ ਧਿਆਨ ਆਮ ਆਦਮੀ ਪਾਰਟੀ ਵਾਲਿਆਂ ਦਾ ਉਧਰ ਵੀ ਹੋ ਗਿਆ, ਚਲੋ ਵੈਸੇ ਮੈਨੂੰ ਆਸ ਤੇ ਕੋਈ ਨਹੀਂ ਹੈਗੀ ਵੀ ਰਾਜਪਾਲ ਸਾਹਿਬ ਉਹਨਾਂ ਵਾਲੀ ਫਾਈਲ ਕਿਤੇ ਉੱਪਰ ਘੱਲਣ, ਪਰ ਕੁਝ ਪਤਾ ਵੀ ਨਹੀਂ ਹੁੰਦਾ। ਕੱਲ ਨਾਮ ਕਾਲਦਾ ਕਿਤੇ ਉਹ ਆਖ ਹੀ ਦੇਣ ਵੀ ਭਾਈ ਸਾਹਿਬ ਗੱਲ ਤਾਂ ਠੀਕ ਆ, ਉੱਤੋਂ ਜਰਾ ਕਰਾਓ ਜਾਂਚ ਮਾੜੀ ਜੀ। ਕਾਹਨੂੰ ਰੱਖੀ ਛੱਡਣੀ ਆ, ਭੇਜ ਦਿਓ ਉੱਪਰ ਨੂੰ, ਹੈ ਨਾ, ਨਾਲੇ ਕੰਨ ਮਰੋੜਨਾ ਸੌਖਾ। ਸੋ ਕੁੱਲ ਮਿਲਾ ਕੇ ਇਹ ਹੋ ਗਿਆ ਜੀ ਵੀ ਇਸ ਵਕਤ ਮਤਲਬ ਹਰੇਕ ਪੋਲੀਟੀਕਲ ਪਾਰਟੀ ਨੂੰ ਇਹ ਲੱਗਦਾ ਵੀ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਉੱਥੇ ਪ੍ਰੈਸ਼ਰ ਪਾਈਏ, ਸਾਡੀ ਉੱਥੇ ਕੋਈ ਨਾ ਕੋਈ ਗੱਲ ਹੋਵੇ, ਤੇ ਜੇ ਗੱਲ ਨਾ ਹੋਈ ਤੇ ਫਿਰ ਸਾਡਾ ਵੱਟਿਆ ਕੁਝ ਨਹੀਂ ਜਾਣਾ। ਪਰ ਇੱਕ ਗੱਲ ਹੈ ਨਾ ਵੀ ਇਹ ਸਾਰੇ ਕੁਝ ਦੇ ਵਿੱਚ ਜੇ ਆਪਾਂ ਕੇਂਦਰ ਵਾਲੇ ਪਾਸਿਓਂ ਵੇਖੀਏ ਤੇ ਉੱਥੇ ਵੀ ਤੇ ਹਰੇਕ ਪੋਲੀਟੀਕਲ ਪਾਰਟੀ ਆਪਣਾ ਰੋਲ ਨਿਭਾਉਣ ਦੀ ਕੋਸ਼ਿਸ਼ ਕਰ ਰਹੀ। ਕਿਵੇਂ? ਬਾਜਵਾ ਸਾਹਿਬ ਯਾਰ ਔਖੇ ਹੋ ਗਏ, ਏਡੇ ਉੱਤੇ ਮੇਜ਼ ਤੇ ਚੜੇ ਆ। ਦੱਸ ਰੂਲ ਬੁੱਕ ਉਹਨਾਂ ਨੇ ਘੁਮਾ ਕੇ ਮਾਰੀ ਹੈ ਜਾ ਕੇ ਸਪੀਕਰ ਸਾਹਿਬ ਵੱਲ, ਉਹ ਕੋਈ ਨਾਂ ਨਹੀਂ। ਮੁਰਦਾਬਾਦ ਬਾਕੀ ਬੰਦੇ ਨੇ ਕੀਤੀ ਹੈ, ਕਾਲੇ ਕਾਨੂੰਨ ਵਾਪਸ ਲਓ, ਕਿੰਨਾ ਬੋਲਿਓ, ਸੰਘ ਸੁੱਕ ਗਿਆ ਉਹਨਾਂ ਦਾ ਨਾਂ ਹੀ ਨਹੀਂ ਲੈਣਾ। ਨਹੀਂ ਲੈਣਾ ਕਿਉਂ ਨਹੀਂ, ਬਾਜਵਾ ਸਾਹਿਬ ਦਾ ਤਾਂ ਨਾਂ ਲੈਣਾ ਬਣਦਾ, ਕਿਉਂਕਿ ਉਹ ਕਹਿੰਦੇ ਮੈਨੂੰ ਸਸਪੈਂਡ ਫਾਹੇ ਲਾ ਦਿਓ, ਭਾਵੇਂ ਲਾ ਦਿਓ, ਮੈਂ ਖੇਤੀਬਾੜੀ ਕਾਨੂੰਨਾਂ ਦੇ ਮੁੱਦੇ ਦੇ ਉੱਤੇ ਤਾਂ ਇਦਾਂ ਹੀ ਬੋਲਾਂ। ਗੱਲੇ ਹੀ ਨਹੀਂ ਸੁਣਦੇ, ਕਹਿੰਦੇ ਜਦ ਅਸੀਂ ਰਾਜ ਸਭਾ ਦੇ ਮੈਂਬਰ ਹੋਣ ਦੇ ਬਾਵਜੂਦ ਵੀ ਜਿਹੜੇ ਮੁੱਦੇ ਤੇ ਬਹਿਸ ਕਰਾਉਣ ਨੂੰ ਕਹਿੰਦੇ ਕਰਦੇ ਨਹੀਂ। ਜੈਰਾਮ ਰਮੇਸ਼ ਕਾਂਗਰਸ ਪਾਰਟੀ ਦੇ MP ਨੇ, ਉਹਨਾਂ ਨੇ ਤੇ ਪ੍ਰਤਾਪ ਸਿੰਘ ਬਾਜਵਾ ਨੇ ਧਿਆਨ ਦਿਵਾਊ ਮਤਾ ਪੇਸ਼ ਕੀਤਾ ਸੀ ਕਿ ਭਾਈ ਅਸੀਂ ਖੇਤੀਬਾੜੀ ਦੇ ਮੁੱਦੇ ਤੇ, ਕਾਨੂੰਨਾਂ ਦੇ ਮੁੱਦੇ ਤੇ ਚਰਚਾ ਕਰਨਾ ਚਾਹੁੰਦੇ ਆ ਤੇ ਚਰਚਾ ਕਰਾਓ। ਮੰਗ ਪਹਿਲੇ ਦਿਨ ਤੋਂ ਇਹੀ ਆ। ਨਹੀਂ ਪਹਿਲੇ ਦਿਨ ਤੋਂ ਮੰਗ ਤੇ ਆ ਕੰਮ ਰੋਕੂ ਮਤਾ। ਕੰਮ ਰੋਕੂ ਉਦੋਂ ਦੀ ਉਹ ਸੁਣਦੇ ਨੇ, ਕਹਿੰਦਾ ਕੰਮ ਕਿਦਾਂ ਰੋਕਦੀ, ਧਿਆਨ ਹੀ ਦੇ ਦਿਓ। ਉਹ ਕਹਿੰਦੇ ਯਾਰ ਧਿਆਨ ਹੀ ਦੇ ਦਿਓ ਥੋੜਾ ਜਿਹਾ। ਫਿਰ ਸੰਧਾਲੀਆ ਸਾਹਿਬ ਦੇਖੋ ਚਾਹੀਦਾ ਸੀ, ਕੇਂਦਰ ਦੀ ਸਰਕਾਰ ਨੂੰ ਪਤਾ ਕਿ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਆ, ਬੰਗਾਲ ਤੱਕ ਗਏ, UP ਜਾਣ ਨੂੰ ਫਿਰਦੇ ਆ, ਪਾਰਲੀਮੈਂਟ ਆਪਣੀ ਚਲਾਉਂਦੇ ਆ। ਜੇ ਕਾਨੂੰਨ ਚੰਗੇ ਨੇ, ਜੇ ਸਾਰਾ ਕੁਝ ਕਿਸਾਨ ਦੇ ਹੱਕ 'ਚ ਹੈ, ਜੇ ਇਹਨਾਂ ਕਾਨੂੰਨਾਂ ਦੇ ਨਾਲ ਆਮਦਨ ਦੁੱਗਣੀ ਹੋਣੀ ਹੈ, ਚਰਚਾ ਕਰਾ ਲਓ। ਨਾਲੇ ਤੁਹਾਡੇ ਕੋਲੇ ਤਾਂ 300 ਤੋਂ ਵੱਧ ਲੋਕ ਸਭਾ 'ਚ ਆਉਂਦਾ,
ਕੋਈ ਡਰ ਡੁੱਕਰ ਹੀ ਨਹੀਂ। ਕਿਹੜਾ ਸਰਕਾਰ ਡਿੱਗ ਚੱਲੀ ਹੈ? ਆਪ ਵੀ ਬੋਲੋ, ਵਿਰੋਧੀਆਂ ਨੂੰ ਵੀ ਬੋਲਣ ਦਿਓ। ਸਗੋਂ ਰਾਤ ਸਾਰੀ ਵੀ ਸੈਸ਼ਨ ਚਲਾਓ ਕਿ ਭਾਈ ਕੱਢੋ ਪੜਾਸ। ਵੈਸੇ ਵੀ ਵਿਰੋਧੀ ਪਾਰਟੀਆਂ ਦੇ ਕੋਲ ਕਿੰਨਾ ਕੁਛ ਹੋਣਾ ਖੇਤੀ ਕਾਨੂੰਨਾਂ ਦੇ ਬੋਲਣ ਨੂੰ। ਜਿਹੜੀ ਵੀ ਗੱਲ ਕਹਿਣਗੇ ਉਹ ਕਹਿਣਗੇ ਅੱਛਾ ਤੁਹਾਡੀ ਸਰਕਾਰ ਹੁੰਦੀ ਸਹੀ ਤਾਂ ਤੁਸੀਂ ਵੀ ਇੱਥੇ ਪਾਈ ਹੈ। ਪਰ ਅਗਲਿਆਂ ਨੇ ਮੌਜੂਦਾ ਖੇਤੀਬਾੜੀ ਦੀ ਸਥਿਤੀ ਤੇ ਉਹਦੇ ਤੇ ਚਰਚਾ ਇਦਾਂ ਦਾ ਵਿਸ਼ਾ ਰੱਖ ਕੇ ਥੋੜਾ ਟਾਈਮ ਦੇ ਦਿੱਤਾ। ਹੁਣ ਜਦੋਂ ਪ੍ਰਤਾਪ ਸਿੰਘ ਬਾਜਵਾ ਸਾਹਿਬ ਦੀ ਸੰਤੁਸ਼ਟੀ ਨਹੀਂ ਹੋਈ, ਕਿਉਂਕਿ ਇਹ ਕਿਸਾਨ ਅੰਦੋਲਨ ਦਾ ਪ੍ਰਤਾਪ ਆ ਕਿ ਅੱਜ ਪ੍ਰਤਾਪ ਸਿੰਘ ਬਾਜਵਾ ਵੀ ਟੇਬਲ ਤੇ ਚੜੇ, ਉਹਨਾਂ ਨੇ ਵੀ ਰੂਲ ਬੁੱਕ ਚੱਕ ਕੇ ਮਾਰੀ। ਭਗਵੰਤ ਮਾਨ ਸਾਹਿਬ ਨੂੰ OBC ਵਾਲੇ ਮੁੱਦੇ ਦੇ ਉੱਤੇ ਬੋਲਣ ਨੂੰ ਟਾਈਮ ਦਿੱਤਾ ਸੀ ਤੇ ਜਦੋਂ ਉਹ ਬੋਲੇ ਕਹਿੰਦੇ ਆ ਠੀਕ ਹੈ ਸਾਡੀ ਪਾਰਟੀ ਹਰ ਉਸ ਕੰਮ ਦੀ ਹਮਾਇਤ ਕਰਦੀ ਹੈ ਜਿਹੜਾ ਕੰਮ ਲੋਕਾਂ ਦੇ ਪੱਖ 'ਚ ਹੈ, ਅਸੀਂ ਇਸ ਮਤੇ ਦੀ ਹਮਾਇਤ ਕਰਦੇ ਹਾਂ, ਪਰ ਜੇ ਖੇਤੀਬਾੜੀ ਕਾਨੂੰਨ ਰੱਦ ਨਾ ਕੀਤੇ ਤਾਂ ਕਾਰੋਬਾਰੀਆਂ ਦਾ ਕੀ ਬਚਣਾ ਜੇ ਸਾਡੀ ਖੇਤੀ ਨਾ ਬਚੀ। ਬੀਬੀ ਹਰਸਿਮਰਤ ਕੌਰ ਬਾਦਲ ਦਾ ਵੀ ਇਦਾਂ ਹੀ, ਉਹਨਾਂ ਨੂੰ ਮੌਕਾ ਮਿਲਿਆ ਲੋਕ ਸਭਾ 'ਚ, ਉਹਨਾਂ ਨੇ ਵੀ ਇਹੀ ਕਿਹਾ। ਉਹਨਾਂ ਨੇ ਸ਼ਹੀਦ ਹੋਏ ਕਿਸਾਨਾਂ ਦੀਆਂ ਫੋਟੋ ਕੋਲ ਫੜੀਆਂ ਸੀ, ਉਹ ਕਹਿੰਦੇ ਜੀ ਆਹ ਦੇਖੋ ਗੱਲ ਕਿੱਧਰ ਨੂੰ ਜਾਂਦੀ ਹੈ। ਤੁਸੀਂ ਕਹਿੰਦੇ ਹੋ ਕੋਈ ਕਿਸਾਨ ਸ਼ਹੀਦ ਨਹੀਂ ਹੋਇਆ, ਆਹ ਫਿਰ ਫੋਟੋਆਂ ਵਾਲੇ ਬੰਦੇ ਕੌਣ ਨੇ ਜਿਹੜੇ ਤੁਹਾਡੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਸੰਘਰਸ਼ ਦੇ ਵਿੱਚ ਸ਼ਹੀਦ ਹੋ ਗਏ। ਸੰਧਾਲੀਆ ਸਾਹਿਬ ਇੱਕ ਗੱਲ ਤਾਂ ਮੰਨਣੀ ਪਊ ਜੀ, ਭਾਰਤ ਦੀ ਪਾਰਲੀਮੈਂਟ ਦਾ ਸੈਸ਼ਨ ਜਦੋਂ ਦੀ ਤੁਸੀਂ ਸੁਰਤ ਸੰਭਾਲੀ ਹੈ, ਕਈ ਦਹਾਕੇ ਹੋ ਗਏ ਤੁਹਾਡੇ ਤੋਂ 10 ਸਾਲ ਬਾਅਦ ਜਿਹੜੀ ਮੈਂ ਸੁਰਤ ਸੰਭਾਲੀ ਹੈ। ਨਹੀਂ 15 ਲਾਓ ਯਾਰ। ਅੱਛਾ 15 ਲਾ ਲੈ, 10ਵੀਂ ਕਰ ਲਈ ਕਿ ਨਹੀਂ ਜੀ ਕਾਕਾ? ਨਹੀਂ ਠੀਕ ਹੈ। ਹੁਣ ਉਸ ਸਾਰੀ ਪ੍ਰਕਿਰਿਆ 'ਚ ਅੱਜ ਤੱਕ ਹੋਇਆ ਕੀ ਸੀ? ਰੋਜ਼ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚੋਂ ਬਾਈਕਾਟ, ਵਿਰੋਧੀ ਧਿਰਾਂ ਬਾਹਰ, ਸਰਕਾਰੀ ਧਰਨੇ ਮਤੇ ਪਾਸ ਕਰਾਈ ਜਾਣੇ। ਤੇ ਐਤਕੀ ਜਿਹੜਾ ਪੀਪਲ ਵਿਪ, ਵੋਟਰ ਵਿਪ ਕਿਸਾਨਾਂ ਨੇ ਜਾਰੀ ਕੀਤਾ ਸੀ ਕਿ ਜੇ ਬਾਈਕਾਟ ਕੀਤਾ ਤਾਂ ਦੇਖਿਓ ਇੱਕ ਦਿਨ ਵੀ ਇੱਕ ਵੀ ਵਿਰੋਧੀ ਧਿਰ ਨੇ ਬਾਈਕਾਟ ਨਹੀਂ ਕੀਤਾ। ਸ਼ਾਇਦ ਪਿਛਲੇ 25 30 40 ਸਾਲਾਂ 'ਚ ਇਹ ਪਹਿਲਾ ਪਾਰਲੀਮੈਂਟ ਦਾ ਸੈਸ਼ਨ ਹੋਏਗਾ ਜਿਹਦੇ ਵਿੱਚ ਬਾਈਕਾਟ ਨਹੀਂ ਕੀਤਾ। ਵਿਰੋਧੀ ਧਿਰ ਛੋਟੀ ਸੀ, ਵੱਡੀ ਸੀ, ਅੜਦੀ ਰਹੀ ਹੈ, ਖੜਦੀ ਰਹੀ ਹੈ ਤੇ ਖੇਤੀ ਵਾਲੇ ਮੁੱਦੇ ਦੀ ਚਰਚਾ ਹੁੰਦੀ ਰਹੀ ਹੈ। ਤੇ ਜੇ ਕਿਸਾਨ ਇਕੱਠੇ ਨਾ ਹੁੰਦੇ, ਲੋਕ ਇਕੱਠੇ ਨਾ ਹੁੰਦੇ, ਇਹਨਾਂ ਨੇ ਵੇਲੇ ਸਿਰੇ ਆ ਜਾ ਕਰਨਾ ਸੀ। ਨਹੀਂ ਟਾਈਮ ਨਾ, ਉਹ ਤੇ ਹੈ ਨਾ ਯਾਰ, ਪਿੰਡ ਬਹੁਤ ਕੰਮ ਕਰਨ ਵਾਲਾ ਗੁਰੂ, ਉਹ ਕਿੱਥੇ ਉੱਤੇ ਐਵੇਂ ਦਿੱਲੀ ਫਸਾਇਆ। ਨਾਲੇ ਉਦੋਂ ਤੇ ਗਰਮੀ ਵਾਹ ਵਾਹੀ ਸੁੱਕਣਾ, ਉਦੋਂ ਬਾਅਦ ਚਲੋ ਮੀਂਹ ਮੂੰਹ ਪੈ ਗਿਆ। ਪਰ ਚਲੋ ਜੋ ਵੀ ਹੈ, ਕੁੱਲ ਮਿਲਾ ਕੇ ਇਹ ਗੱਲ ਤੇ ਹੈਗੀ ਆ ਵੀ ਹਰੇਕ ਮੁੱਦੇ ਨੂੰ ਫੜ ਕੇ ਘੁਮਾ ਫਰਾ ਕੇ ਖੇਤੀ ਦੇ ਨਾਲ ਜੋੜਨ ਦੀ, ਉਸ ਤੋਂ ਬਾਅਦ ਕੋਈ ਟੇਬਲ ਤੇ ਚੜ੍ਹ ਕੇ, ਕੋਈ ਬਾਹਰ ਤਖਤੀ ਫੜ ਕੇ, ਕੋਈ ਇੱਧਰੋਂ ਉੱਧਰੋਂ ਮੀਡੀਆ ਵਾਲੇ ਬੰਦੇ ਨੂੰ ਘੇਰ ਕੇ ਸਰ ਮੇਰੀ ਬਾਈਟ ਵੀ ਲੈ ਜਾਓ, ਉਹ ਸਾਰਾ ਕੁਝ ਇਸ ਵਕਤ ਕੀਤਾ ਤੇ ਚਲਾ ਦੇਣਾ। ਹਾਂ ਚਲਾ ਦੇਣਾ ਜ਼ਰੂਰ ਥੋੜਾ ਹੈ ਨਾ। ਹੁਣ ਗੱਲ ਇਹ ਆ ਵੀ ਇਹ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਠੀਕ ਹੈ, ਵਧਾਈ ਦੀ ਗੱਲ। ਹੁਣ ਇਹਦੇ 'ਚ ਅਗਲੀ ਗੱਲ ਜਿਹੜੀ ਆ ਉਹਦੇ ਲਾਉਣ ਤੋਂ ਪਹਿਲਾਂ ਮੈਂ ਚਾਹੁੰਦਾ ਵੀ ਜੇ ਆਪਾਂ ਲੋਕ ਸਭਾ ਦੀ ਗੱਲ ਚਲਾਈ ਹੈ ਤੇ ਉੱਥੇ ਇੱਕ ਜਿਹੜਾ ਉਹ OBC ਨਾਲ ਸੰਬੰਧਿਤ ਸੰਵਿਧਾਨਕ ਸੋਧ ਵਾਲਾ ਬਿੱਲ, ਆ ਜਾਓ, ਉੱਤੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ। ਹੁਣ ਭਗਵੰਤ ਮਾਨ ਹੋਣੀ ਕਹਿੰਦੇ ਵੀ ਆਹ ਤਾਂ ਕੰਮ ਬਹੁਤ ਵਧੀਆ ਜੀ, ਆਹ ਕੰਮ ਤੁਸੀਂ ਕਰ ਲਿਆ ਸੈੱਟ। ਮੋਦੀ ਸਾਹਿਬ ਨੂੰ ਕਹਿਣ ਡਏ, ਮਤਲਬ ਬੰਦੇ ਨੇ ਦੇਖੋ ਕਿੱਧਰੋਂ ਕਿੱਧਰ ਨੂੰ ਗੱਲ ਕੱਢ ਮਾਰੀ। ਉਹ ਕਹਿੰਦੇ ਮੈਂ ਬੜਾ ਹੈਰਾਨ ਆ ਵੀ ਜਦੋਂ ਇਸ ਤੋਂ ਪਹਿਲਾਂ ਚਰਚਾ ਚੱਲਦੀ ਹੈ, ਇਸ ਵਕਤ ਆਪਾਂ ਭਾਵੇਂ ਕਿਸਾਨੀ ਅੰਦੋਲਨ ਦੀ ਗੱਲ ਕਰ ਦਈਏ, ਉਹ ਲੋਕ ਰੋਂਦੇ ਪਿੱਟਦੇ ਫਿਰਦੇ ਆ ਵੀ ਮਹਾਰਾਜ ਜਿਹੜਾ ਵੀ ਕੋਈ ਅਧਿਕਾਰ ਰਾਜ ਸਰਕਾਰ ਕੋਲੇ ਹੁੰਦਾ ਤੁਸੀਂ ਧੂ ਕੇ ਕੇਂਦਰ 'ਚ ਲੈ ਜਾਂਦੇ ਹੋ। ਉਹ ਕਹਿੰਦੇ ਜੀ ਖੇਤੀ ਨਹੀਂ ਇਹ ਤਾਂ ਕੇਂਦਰ ਦਾ ਵਿਸ਼ਾ ਹੈ। ਉਹ ਕਹਿੰਦੇ ਸਰ GST, ਉਹ ਨਹੀਂ ਇਹ ਤਾਂ ਤੁਸੀਂ ਪਹਿਲਾਂ ਕੇਂਦਰ ਕੋਲ ਪੈਸੇ ਆਉਣ ਦਿਓ ਫਿਰ ਆਪਾਂ ਰਾਜਾਂ ਨੂੰ ਦਿਆਂਗੇ। ਸਿੱਖਿਆ ਹੈ ਨਾ, ਉਹ ਕਹਿੰਦੇ ਇਹ ਤਾਂ ਨੀਤੀ 80 ਬਣਾਉਣੀ ਹੈ, ਤੁਹਾਨੂੰ ਇਹਦੇ ਬਾਰੇ ਕੀ ਪਤਾ। ਅੱਛਾ ਇੱਕ ਇੱਕ ਕਰਕੇ ਜੋ ਧਾਰਾ 370 ਤੋਂ ਲੈ ਕੇ ਹਰੇਕ ਚੀਜ਼ ਧਰੂ ਕੇ ਚੱਲ ਦਿੱਲੀ, ਹਰੇਕ ਚੀਜ਼ ਧਰੂ ਕੇ ਚੱਲ ਦਿੱਲੀ। ਹੁਣ ਕਹਿੰਦੇ ਵੀ ਜਦੋਂ OBC ਦਾ ਰੇੜਕਾ ਦੇਖਿਆ ਵੀ ਭਾਈ ਸਾਹਿਬ ਹੁਣ ਉਧਰ ਮਰਾਠੇ ਮਹਾਰਾਸ਼ਟਰ 'ਚ ਮੰਗਦੇ ਰਿਜ਼ਰਵੇਸ਼ਨ, ਜਾਟ ਹਰਿਆਣੇ 'ਚ ਮੰਗਦੇ ਆ, ਗੁੱਜਰ ਰਾਜਸਥਾਨ 'ਚ ਮੰਗਦੇ ਆ, ਤੇ ਯਾਰ ਫਿਰ ਜੀ ਇੱਥੇ ਆਪਾਂ ਫਸ ਗਏ, ਫਿਰ ਸਾਡੇ ਦੁਆਲੇ ਹੋਣਗੇ। ਇੱਦਾਂ ਕਰੋ ਫਿਰ ਸਟੇਟ ਦਾ ਬਣਾ ਦਿਓ ਵੀ ਸਟੇਟ ਬਣਾਵੇਂ ਲਿਸਟ। ਆਹ ਵਧੀਆ ਕਿ ਨਹੀਂ ਕੰਮ? ਮਤਲਬ ਵੈਸੇ ਕਹਿਣ ਨੂੰ ਗੱਲ ਤਾਂ ਸਹੀ ਆ। ਹੁਣ ਮਾਨ ਸਾਹਿਬ ਨੇ ਆਪਣੇ ਵੱਲੋਂ ਗੱਲ ਤਾਂ ਵੈਸੇ ਟਿਕਾਣੇ ਦੀ ਕੀਤੀ ਵੀ ਦੇਖੋ ਜੀ ਗੱਲ ਹੈ ਵੀ ਜਿਹੜੀ ਚੀਜ਼ ਤੁਹਾਨੂੰ ਯਾਦ ਆ ਵੀ ਇਹਦੇ 'ਚ ਕੋਈ ਨਾ ਕੋਈ ਫਾਇਦਾ ਫੂਦਾ ਕਰਕੇ ਕਿਸੇ ਕੰਪਨੀ ਦਾ ਸਵਾਰਿਆ ਜਾਦਾ, ਉਹ ਤੁਸੀਂ ਆਪ ਕਰੋਗੇ। ਜਿੱਥੇ ਤੁਹਾਨੂੰ ਲੱਗਦਾ ਵੀ ਹਾਂਜੀ ਇੱਥੇ ਜਵਾਬ ਦੇਣਾ ਪੈਣਾ, ਉੱਥੇ ਕਹਿੰਦੇ ਨਹੀਂ ਫਿਰ ਸਟੇਟ ਕਰ ਲਵੇ, ਅਸੀਂ ਕਿਉਂ ਕਰਨਾ ਕੁਛ। ਨਹੀਂ, ਕਈ ਵਾਰੀ ਇਦਾਂ ਹੀ ਹੁੰਦਾ ਕਿ ਉੱਪਰ ਤੂੜੀ ਆਪਣੀ, ਥੱਲੇ ਜਿਹੜਾ ਛਾਣ ਜਿਹਾ ਡਿੱਗਿਆ ਆਹ ਵੀ ਤੁਸੀਂ ਪਸ਼ੂਆਂ ਥੱਲੇ ਪਾ ਲਿਓ, ਸਿਆਲਾਂ ਨੂੰ ਫਿਰ ਚਿੱਕੜ ਚੁੱਕੜ ਵਾਹਵਾ ਹੋ ਜਾਂਦਾ, ਉੱਥੇ ਕਈ ਵਾਰੀ ਧੂਣੀ ਵੀ ਕਰਨੀ ਪੈਂਦੀ ਹੈ, ਇਹਦੀ ਪੰਡ ਲੈ ਜਾਓ। ਪਰ ਇਹ ਗੱਲ ਸੰਧਾਲੀਆ ਸਾਹਿਬ ਮੰਨਣੀ ਪਊ। ਆਪਾਂ ਅੱਜ ਤੱਕ ਇਹੀ ਸੋਚਦੇ ਸੀ ਨਾ ਕਿ ਜਿਹੜੇ ਲੀਡਰ ਨੇ ਉਹ ਤਨਖਾਹਾਂ ਵਧਾਉਣ ਲਈ ਸਿਰ ਜੋੜਦੇ ਆ, ਭਾਵੇਂ ਕਿਸੇ ਪਾਰਟੀ ਦੇ ਹੋਣ। OBC ਵਾਲੇ ਮਸਲੇ ਤੇ ਸਿਰ ਜੋੜੇ। ਇਹਦੇ ਤੋਂ ਇਲਾਵਾ ਪਹਿਲੀ ਵਾਰ ਦੇਖਿਆ ਕਿਸਾਨ ਪਾਰਲੀਮੈਂਟ ਤੋਂ ਬਾਅਦ ਅਕਾਲੀ ਦਲ ਵਾਲੇ ਤੇ ਕਾਂਗਰਸ ਵਾਲੇ MP ਇੱਕੋ ਹੀ ਥਾਂ ਤਖਤੀਆਂ ਲੈ ਕੇ ਖਲੋਤੇ ਸੀ ਮੰਤਰੀਆਂ ਨੂੰ ਦਿਖਾਉਣ ਜੀ ਖੇਤੀ ਕਾਨੂੰਨ ਰੱਦ ਕਰ ਦਿਓ। ਜਾਣੀ ਇਹ ਪੰਜਾਬ ਦੇ, ਹਰਿਆਣੇ ਦੇ, ਭਾਰਤ ਦੇ ਲੋਕਾਂ ਦੀ ਏਕਤਾ ਦਾ ਸਿੱਟਾ ਕਿ ਅਕਾਲੀ ਕਾਂਗਰਸੀ MP ਲਾਈਨ ਸਿਰ ਇੱਕ ਦੂਜੇ ਤੇ ਦੋਸ਼ ਨਹੀਂ ਸੀ ਲਾਉਂਦੇ, ਖਲੋਤੇ ਸੀ ਤੇ ਮੰਤਰੀਆਂ ਨੂੰ ਕੱਲੀਆਂ ਤਖਤੀਆਂ ਦਿਖਾਉਂਦੇ ਸੀ। ਪਰ ਉਹਦਾ ਕਿਹੜਾ ਅਸਰ ਹੋ ਗਿਆ? ਤੋਮਰ ਸਾਹਿਬ ਦਾ ਬਿਆਨ ਤੇ ਫਿਰ ਉਹ ਸੀ। ਇਹ ਕਹਿੰਦੇ ਅੰਦਰ, ਮੈਂ ਪੰਜਾਬੀ ਬੋਲਦਾ ਨਾ, ਹਿੰਦੀ ਬਹੁਤ ਜ਼ਿਆਦਾ ਸ਼ੁੱਧ ਸੀ ਉਹਨਾਂ ਦੀ। ਉਹ ਕਹਿੰਦੇ ਵੀ ਜੋ ਹਿਸਾਬ ਤਾਂ ਵੀ ਅੰਦਰ ਚੱਲ ਰਿਹਾ ਬਿਲਕੁਲ ਮੰਨਣ ਯੋਗ ਨਹੀਂ ਹੈਗਾ, ਸਵੀਕਾਰਨ ਯੋਗ ਨਹੀਂ ਹੈਗਾ। ਇਹ ਮਰਿਆਦਾ ਦੀ ਬਹੁਤ ਉਲਟ ਗੱਲ ਹੋਈ ਆ ਜੋ ਵੀ ਹੋਈ।
ਨਹੀਂ ਇਹ ਗੱਲ ਇੱਕ ਤੋਂ ਮੈਂ ਸਾਹਿਬ ਦੇ ਨਾਲ ਪਹਿਲੀ ਵਾਰੀ ਸਹਿਮਤ ਹੋਣਾ ਹੀ ਪੈਣਾ। ਉਹਦਾ ਕਾਰਨ ਪਤਾ ਕੀ ਹੈ? ਸਿਆਸੀ ਪਾਰਟੀਆਂ ਮਰਿਆਦਾ ਤੋਂ ਉਲਟ ਸੰਧਾਲੀਆ ਸਭ ਕੁਝ ਕਰਦੀਆਂ ਨਹੀਂ। ਜੇ ਦੇਸ਼ ਟਿਕਿਆ ਨਾ ਤਾਂ ਸਾਡੀਆਂ ਸਿਆਸੀ ਪਾਰਟੀਆਂ ਦੇ ਸਿਰ ਤੇ ਟਿਕਿਆ। ਆਮ ਲੋਕ ਤਾਂ ਧੋਖੇਬਾਜ਼ ਬਹੁਤ ਆ, ਆਮ ਲੋਕ ਬਹੁਤ ਝੂਠ ਬੋਲਦੇ ਆ, ਆਮ ਲੋਕ ਦੇਸ਼ ਦੇ ਖਿਲਾਫ ਕੰਮ ਕਰਦੇ ਆ, ਆਮ ਲੋਕ ਮਿਹਨਤ ਨਹੀਂ ਕਰਦੇ। ਲੀਡਰ ਕਣਕ ਬੀਜਦੇ, ਲੀਡਰ ਝੋਨਾ ਬੀਜਦੇ, ਲੀਡਰ ਫੈਕਟਰੀਆਂ 'ਚ ਲੇਬਰ ਕਰਦੇ ਆ, ਲੀਡਰਾਂ ਦੇ ਤੂਫਾਨ ਆਉਂਦਾ ਤਾਂ ਘਰ ਡਿੱਗਦੇ ਆ। ਆਮ ਲੋਕਾਂ ਨੂੰ ਤਨਖਾਹਾਂ, ਪੈਨਸ਼ਨਾਂ, ਸਰਕਾਰੀ ਘਰ, ਸਰਕਾਰੀ ਕਾਰਾਂ, ਲੀਡਰ ਪੱਲਿਓਂ ਪੈਸੇ ਖਰਚ ਕੇ ਦੇਸ਼ ਦੀ ਸੇਵਾ ਕਰਦੇ ਆ। ਆਮ ਲੋਕ ਥੋੜੀ ਕਰਦੇ ਆ ਇਹ ਤੇ। ਹੁਣ ਤੁਸੀਂ ਦੇਖੋ ਸਿਆਸੀ ਪਾਰਟੀਆਂ ਨੇ ਕਿੰਨਾ ਵਧੀਆ ਕੰਮ ਕੀਤਾ। ਇੱਕ ਨਿਯਮ ਬਣ ਗਿਆ ਸੀ, ਕਾਨੂੰਨ ਬਣ ਗਿਆ ਸੀ ਕਿ ਭਾਈ ਜੇ ਤੁਸੀਂ ਕਿਸੇ ਨੂੰ ਵੀ ਟਿਕਟ ਦਿੰਨੇ ਹੋ, ਉਮੀਦਵਾਰ ਬਣਾਉਨੇ ਹੋ, ਤਾਂ ਜੇ ਉਹਦੇ ਉੱਤੇ ਕੋਈ ਪਰਚਾ ਪੁਰਚਾ 1 ਜਾਂ 12 18 ਇੰਨੇ ਕੁ ਹੁੰਦੇ ਆਮ ਤੌਰ ਤੇ ਵੀ ਜੇ ਇੰਨੇ ਕਿਤੇ ਪਰਚੇ ਹੈਗੇ ਆ ਤਾਂ ਤੁਸੀਂ ਉਹਦੀ ਜਾਣਕਾਰੀ ਹਲਕੇ ਦੇ ਵੋਟਰਾਂ ਨੂੰ ਦੇਣੀ ਹੈ। ਮੰਨ ਲਓ ਜਲੰਧਰ ਤੋਂ ਲੋਕ ਸਭਾ ਦੀ ਚੋਣ ਹੈ ਜਾਂ ਪਟਨੇ ਤੋਂ ਲੋਕ ਸਭਾ ਦੀ ਚੋਣ ਹੈ ਕਿ ਉੱਥੋਂ ਭਾਜਪਾ ਨੇ, ਕਾਂਗਰਸ ਨੇ, ਅਕਾਲੀਆਂ ਨੇ, BSP ਨੇ, ਸਮਾਜਵਾਦੀ ਪਾਰਟੀ ਨੇ ਕਿਸੇ ਬੰਦੇ ਨੂੰ ਟਿਕਟ ਦਿੱਤੀ, ਉਹਦੇ ਤੇ 5-7 ਮੁਕੱਦਮੇ ਦਰਜ ਹੈ। ਉਹਦੀ ਜਾਣਕਾਰੀ ਖੁਦ ਮੀਡੀਆ ਦੇ ਵਿੱਚ ਆ ਕੇ ਪੈਸੇ ਦੇ ਕੇ ਇਸ਼ਤਿਹਾਰ ਛਪਾਉਣੇ ਆ ਕਿ ਭਾਈ ਅਸੀਂ ਜਿਸ ਬੰਦੇ ਨੂੰ ਟਿਕਟ ਦਿੱਤੀ ਹੈ ਸੁਲੱਖਣਾ ਹੀ ਇੰਨੇ ਕੁ ਮੁਕੱਦਮੇ ਉਹਦੇ ਤੇ ਦਰਜ ਆ, ਦੇਖ ਦੂਖ ਕੇ ਵੋਟਾਂ ਪਾਇਓ। ਨਿਯਮ ਬਣਾਤਾ। ਭਾਰਤ ਦੀਆਂ 9 ਸਿਆਸੀ ਪਾਰਟੀਆਂ ਨੂੰ ਜੁਰਮਾਨਾ ਲੱਗਾ ਕਿ ਤੁਸੀਂ ਬੰਦੇ ਖੜੇ ਕੀਤੇ, ਉਹਨਾਂ ਤੇ ਮੁਕੱਦਮੇ ਦਰਜ ਸੀ, ਉਹਨਾਂ ਦੀ ਜਾਂਚ ਚੱਲਦੀ ਸੀ, ਤੁਸੀਂ ਵੋਟਰਾਂ ਦੇ ਅੱਖਾਂ 'ਚ ਘੱਟਾ ਪਾਇਆ ਤੇ ਲੋਕਾਂ ਨੂੰ ਉਹਦੀ ਜਾਣਕਾਰੀ ਨਹੀਂ ਦਿੱਤੀ। ਤੇ ਉਹਨਾਂ 9 ਪਾਰਟੀਆਂ 'ਚ ਭਾਜਪਾ ਵੀ, ਕਾਂਗਰਸ ਵੀ, ਲਾਲੂ ਪ੍ਰਸਾਦ ਦੀ ਪਾਰਟੀ ਵੀ, ਮੁਲਾਇਮ ਸਿੰਘ ਦੀ ਪਾਰਟੀ ਵੀ, ਰਾਮ ਵਿਲਾਸ ਪਾਸਵਾਨ ਦੇ ਪੁੱਤ ਦੀ ਪਾਰਟੀ ਵੀ, ਨਿਤਿਸ਼ ਕੁਮਾਰ ਦੀ ਪਾਰਟੀ ਵੀ, ਕਾਮਰੇਡਾਂ ਦੀਆਂ ਪਾਰਟੀਆਂ ਵੀ, ਨੈਸ਼ਨਲਿਸਟ ਕਾਂਗਰਸ ਪਾਰਟੀ, ਸ਼ਰਦ ਪਵਾਰ ਦੀ ਪਾਰਟੀ ਵੀ। ਜਾਣੀਏ ਤੁਸੀਂ ਦੇਖੋ ਕਿ ਭਾਰਤ ਦੇ ਕੋਲੇ 125 ਕਰੋੜ ਮਨੁੱਖ ਨੇ ਤੇ ਇਹਨਾਂ ਸਿਆਸੀ ਪਾਰਟੀਆਂ ਨੇ ਬੰਦੇ ਕਿੰਨੇ ਖੜੇ ਕਰਨੇ ਨੇ? ਵੱਧ ਤੋਂ ਵੱਧ 5-5 ਹਜ਼ਾਰ। ਜੇ ਸਾਰੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਵੀ ਵਿੱਚ ਲੈ ਆਈਏ, ਇਹਨਾਂ ਨੂੰ 135-40 ਕਰੋੜ ਦੇ ਵਿੱਚੋਂ 5-5 ਹਜ਼ਾਰ ਬੰਦਾ ਨਹੀਂ ਲੱਭਦਾ ਕਿ ਭਾਈ ਜਿਹਦੇ ਉੱਤੇ ਕੋਈ ਮੁਕੱਦਮਾ ਦਰਜ ਨਹੀਂ, ਇਹਨਾਂ ਨੇ ਉਹਨਾਂ ਬੰਦਿਆਂ ਨੂੰ ਹੀ ਟਿਕਟਾਂ ਦੇਣੀਆਂ, ਮੁੜ ਕੇ ਲੋਕਾਂ ਤੋਂ ਵੀ ਲੁਕੋ ਕੇ ਰੱਖਣਾ ਤੇ ਫਿਰ ਕਹਿਣਾ ਕਿ ਭਾਈ ਅਸੀਂ ਦੇਸ਼ ਬਹੁਤ ਵਧੀਆ ਕਰਨਾ, ਦੇਸ਼ ਨੂੰ ਅੱਗੇ ਲੈ ਕੇ ਜਾਣਾ। ਅਸੀਂ ਨਹੀਂ ਕਹਿੰਦੇ ਕਿ ਉਹ ਸਾਰੇ ਬੰਦੇ ਦੋਸ਼ੀ ਨੇ, ਸਾਰੇ ਅਪਰਾਧੀ ਨੇ, ਅਦਾਲਤ ਹੋ ਸਕਦਾ ਬਰੀ ਕਰ ਦੇਵੇ, ਪਰ ਸੰਧਾਲੀਆ ਸਾਹਿਬ ਪਹਿਲਾ ਧੱਕਾ ਕਿ ਤੁਹਾਡੀਆਂ ਪਾਰਟੀਆਂ ਦੇ ਵਿੱਚ ਐਸਾ ਕੋਈ ਮੈਂਬਰ ਹੀ ਨਹੀਂ ਜਿਹਦੇ ਉੱਤੇ ਪਰਚਾ ਨਾ ਹੋਵੇ, ਜਿਹਦੀ ਸੁਣਵਾਈ ਨਾ ਚੱਲਦੀ ਹੋਵੇ, ਜਿਹਦੀ ਜਾਂਚ ਨਾ ਚੱਲਦੀ ਹੋਵੇ। ਦੂਸਰਾ, ਜੇ ਤੁਸੀਂ ਉਹਨਾਂ ਨੂੰ ਟਿਕਟ ਚਲੋ ਦੇਣੀ ਹੈ, ਇੱਕ ਹਲਕੇ ਤੋਂ ਦੇ ਲਓ, 2 ਤੋਂ ਦੇ ਲਓ, 4 ਤੋਂ ਦੇ ਲਓ, ਤੁਸੀਂ 60% ਟਿਕਟਾਂ ਇਦਾਂ ਦੇ ਬੰਦਿਆਂ ਨੂੰ ਦੇਣੀਆਂ। ਤੀਸਰਾ, ਜੇ ਟਿਕਟਾਂ ਦੇ ਹੀ ਦਿੱਤੀਆਂ, ਘੱਟੋ ਘੱਟ ਕਾਨੂੰਨ ਤਾਂ ਮੰਨੋ। ਭੜਕ ਨੂੰ ਲੋਕਾਂ ਦੇ ਉੱਤੇ ਕਦੇ ਦੇਸ਼ ਧਰੋਹ ਦਾ ਪਰਚਾ ਤੇ ਕਦੇ ਫਲਾਣੇ ਧਰੋਹ ਦਾ ਪਰਚਾ, ਕਦੇ ਤੁਸੀਂ ਬੈਲਟ ਲਾ ਕੇ ਨਹੀਂ ਗੱਡੀ ਚਲਾਈ, ਕਦੇ ਤੁਸੀਂ ਹੈਲਮਟ ਪਾ ਕੇ ਨਹੀਂ ਸਕੂਟਰ ਚਲਾਇਆ, ਕਦੇ ਤੁਸੀਂ ਮੋਰੇ ਬੱਤੀਆਂ ਨਹੀਂ ਪੂਰੀਆਂ ਜਗਦੀਆਂ। ਆਪ ਬਿਨਾਂ ਬੈਲਟ ਲਾਇਆ ਤੇ ਬਿਨਾਂ ਹੈਲਮਟ ਪਾਇਆ ਤੇ ਬਿਨਾਂ ਬੱਤੀਆਂ ਜਗ੍ਹਾ ਦੇਸ਼ ਚਲਾਉਣ ਨੂੰ ਫਿਰਦੇ ਆ। ਦੇਖੋ ਜੀ ਅਗਲੇ ਚਲਾਉਣਗੇ, ਕਿਉਂਕਿ ਉਹ ਕਹਿੰਦੇ ਵੀ ਜਿਹੜਾ ਮੰਨ ਲਓ ਤੁਸੀਂ ਤੁਹਾਨੂੰ ਕੱਲ ਨੂੰ ਵੋਟਾਂ 'ਚ ਖੜਾ ਕਰ ਦਿੰਦੇ ਹੋ, ਤੁਸੀਂ ਕਹਿੰਦੇ ਮੈਂ ਸ਼ਰਾਫਤ ਦੀ ਮੂਰਤ ਮੈਂ ਤੇ ਮਤਲਬ ਤੁਸੀਂ ਮੈਨੂੰ ਵੋਟਾਂ ਪਾਓ। ਲੋਕੋ ਤੁਹਾਨੂੰ ਵੋਟ ਕਿੰਨੇ ਪਾਉਣੇ? ਕੋਈ ਸ਼ਾਮ ਨੂੰ ਕਿਸੇ 2-4 ਬੰਦੇ ਸਕੂਟਰ ਤੇ ਆਉਣਾ, ਡਰਾ ਕੇ ਵੀ ਬਾਠ ਭਜਾਉਣਾ ਪਹਿਲਾਂ ਟਾਈਮ ਨਾਲ ਮੋਰੇ ਆ। ਮੇਰੀ ਸੁਣ ਲਾ ਗੱਲ, ਸਵੇਰੇ ਕਾਗਜ਼ ਬੰਦੇ ਦਾ ਪੁੱਤ ਬਣ ਕੇ ਵਾਪਸ ਲੈ ਲਈ ਆਪਣੇ ਨੇ, ਸਾਥੋਂ ਬੁਰਾ ਕੋਈ ਨਹੀਂ। ਨਹੀਂ ਤਾਂ ਦੋਣੇ ਆਉਂਦੇ ਆ ਜਾਂ ਇਹ ਵੀ ਹੋਗਾ ਪਿਛਲੇ ਸਮੇਂ 'ਚ ਆਪਾਂ ਇਹ ਵੀ ਤੇ ਵੇਂਦੇ ਰਹੇ ਹਾਂ, ਜਦੋਂ ਹੁੰਦਾ ਵੀ ਯਾਰ ਉਹ ਫਲਾਨਾ ਬੰਦਾ ਕੀ ਕਹਿੰਦਾ ਜੀ ਉੱਥੇ ਅੰਦਰ ਬੂਹਾ ਬੰਦ ਆ ਤੇ ਬੰਦੇ ਅੰਦਰੋਂ ਕਾਗਜ਼ ਹੀ ਲੈ ਕੇ ਚੁੱਕ ਕੇ। ਇੱਕ ਥਾਂ ਤੋਂ ਆਪਾਂ ਨੂੰ ਇਹ ਵੀ ਬਿਹਾਰ 'ਚੋਂ ਇੱਕ ਖਬਰ ਆਈ ਸੀ ਨਾ, ਉਦੋਂ ਕਹਿੰਦੇ ਵੀ ਉਹ ਉੱਥੇ ਕਾਗਜ਼ ਦਾਖਲ ਕਰਾਉਣ ਦੇ ਲਈ ਬੂਹਾ ਬਾਹਰ ਖੜਕਾਉਂਦੇ ਰਹੇ ਤੇ ਕਹਿੰਦੇ ਹੋਇਆ ਕੀ, ਕਹਿੰਦੇ ਜਿਹੜੇ ਬੰਦੇ ਨੇ ਕਾਗਜ਼ ਲੈਣੇ ਸੀ ਉਹ ਬੰਦੇ ਨੂੰ ਅਗਵਾ ਕਰ ਲੈ ਗਏ। ਹੁਣ ਉਹ ਜਿਹੜੇ ਬੰਦੇ ਆ, ਹੁਣ ਜੇ ਤੁਸੀਂ ਆਖੋ ਵੀ ਉਹਨਾਂ ਤੋਂ ਬਿਨਾਂ ਪਾਰਟੀਆਂ ਚੱਲ ਜਾਣ, ਉਹਨਾਂ ਤੋਂ ਬਿਨਾਂ ਆਖਣ ਵੀ ਸ਼ਰੀਫ ਲੋਕਾਂ ਨੂੰ ਖੜਾ ਕਰ ਦਿਓ, ਸ਼ਰੀਫ ਲੋਕ ਉੱਥੇ ਆਖਣ ਵੀ ਹਾਂਜੀ ਮੈਂ ਸਾਰਿਆਂ ਨਹੀਂ ਗੱਲ ਕਰਦਾ, ਪਰ ਜੇ ਅਦਾਲਤ ਕਹਿੰਦੀ ਹੈ, ਰਿਕਾਰਡ ਕਹਿੰਦੇ ਤਾਂ ਮਤਲਬ ਬੰਦੇ ਹੈਗੇ ਇੱਦਾਂ ਦੇ, ਉਹਨਾਂ ਤੋਂ ਬਿਨਾਂ ਨਹੀਂ ਅਗਲਿਆਂ ਦਾ ਕੰਮ ਚੱਲਦਾ, ਤਾਂ ਹੀ ਤਾਂ ਅਗਲੇ ਨੇ ਪਾਰਟੀਆਂ 'ਚ ਰੱਖੇ ਆ। ਨਾਲ ਇਹ ਵੀ ਤਾਂ ਹੁੰਦਾ ਨਾ, ਉਲਟਾ ਕੰਮ ਇਹ ਵੀ ਹੁੰਦਾ, ਜਿਹੜਾ ਬੰਦਾ ਇਹੋ ਜਿਹਾ ਹੁੰਦਾ ਨਾ ਛਿੱਤਰ ਕੈਮ ਵਾਲਾ, ਉਹ ਕਿਸੇ ਵੇਲੇ ਫਿਰ ਹੌਲੀ ਹੌਲੀ ਪਹੁੰਚਦਾ ਪਾਰਟੀ ਤੱਕ ਵੀ ਪਹੁੰਚ ਕਰ ਲੈਂਦਾ। ਜੇ ਮੰਨ ਲਓ ਅਗਲਾ ਬੰਦਾ ਆਖੇ ਨਾ ਵੀ ਹਮਨੇ ਨਹੀਂ ਰੱਖਣਾ ਆਪਕੋ, ਇੱਦਾਂ ਕਿੱਦਾਂ ਨਹੀਂ ਰੱਖਣਾ, ਤੂੰ ਰਹਿਣਾ ਕਿ ਨਹੀਂ ਰਹਿਣਾ, ਯਾਰ ਰੱਖੋ ਯਾਰ ਇਹਨੂੰ ਜ਼ਰੂਰ ਰੱਖੋ ਯਾਰ। ਨਾ ਇਹ ਵੀ ਇੱਕ ਕਾਰਨ ਹੋ ਸਕਦਾ। ਨਹੀਂ ਸੰਭਾਵਨਾ ਸੰਧਾਲੀਆ ਸਭ ਹੈਗੀ ਆ। ਤੁਸੀਂ ਨਾਲ ਦੀ ਦੇਖੋ ਆ 2021 ਚੱਲਦਾ, ਦੇਸ਼ ਚੰਦ ਤੇ ਪਲਾੜ ਤੇ ਪਹੁੰਚਾਤਾ, ਕਹਿੰਦੇ ਮਹਾਸ਼ਕਤੀ ਬਣਾਤਾ, ਅਸੀਂ ਵਿਰੋਧੀਆਂ ਨਾਲ ਵੀ ਨਜਿੱਠ ਲਾਂਗੇ, ਇਹਨਾਂ ਨਾਲ ਵੀ ਨਜਿੱਠ ਲਾਂਗੇ, ਅਸੀਂ ਇੰਨਾ ਇਤਿਹਾਸਕ ਪ੍ਰਾਪਤੀ ਕਰ ਲਈ, ਫਲਾਨੇ ਦੀ ਅਗਵਾਈ ਦੇ ਵਿੱਚ ਦੇਸ਼ ਇੰਨਾ ਅੱਗੇ ਚਲੇ ਗਿਆ। ਦੇਸ਼ ਇੰਨਾ ਅੱਗੇ ਚਲੇ ਗਿਆ ਸੰਧਾਲੀਆ ਸਾਹਿਬ, ਜਿਨ੍ਹਾਂ ਦੇ ਹੱਥਾਂ 'ਚ ਆਪਾਂ ਦੇਸ਼ ਦਿੱਤਾ, ਚਾਹੇ ਕਿਸੇ ਵੀ ਪਾਰਟੀ ਦੇ ਆ, ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੂੰ ਇੱਕ ਟਿੱਪਣੀ ਕਰਨੀ ਪੈ ਗਈ, ਇੱਕ ਨਿਯਮ ਬਣਾਉਣਾ ਪੈ ਗਿਆ, ਇੱਕ ਸੀਮਾ ਰੇਖਾ ਖਿੱਚਣੀ ਪੈ ਗਈ
ਕਿ ਜਿਹੜਾ ਵੀ ਲੋਕਾਂ ਦਾ ਚੁਣਿਆ ਨੁਮਾਇੰਦਾ ਆ, ਕੋਈ MP ਹੈ, ਕੋਈ MLA ਆ, ਵਿਧਾਨ ਪ੍ਰੀਸ਼ਦ ਵੀ ਕਈ ਜਗ੍ਹਾ ਦੇ ਉੱਤੇ ਹੈਗੀ ਆ, ਉਹਦਾ ਕੋਈ ਮੈਂਬਰ ਆ, ਕਿ ਜੇ ਉਹਦੇ ਉੱਤੇ ਅਪਰਾਧਕ ਕੋਈ ਮੁਕੱਦਮਾ ਚੱਲਦਾ ਤਾਂ ਵਾਪਸ ਨਹੀਂ ਤੁਸੀਂ ਲੈ ਸਕਦੇ, ਪਹਿਲਾਂ ਹਾਈ ਕੋਰਟ ਤੋਂ ਮਨਜ਼ੂਰੀ ਲੈਣੀ ਪਊਗੀ ਕਿ ਇਹ ਉਹ ਨੇ, ਇਹਨਾਂ ਦੇ ਉੱਤੋਂ ਅਸੀਂ ਮੁਕੱਦਮਾ ਵਾਪਸ ਲੈ ਲਈਏ। ਨਹੀਂ ਤਾਂ ਹੁੰਦਾ ਕੀ ਸੀ, ਬੰਦਾ ਤਾਕਤ ਚਾਹੁੰਦਾ, ਫਿਰ ਸਮਝੌਤੇ ਹੁੰਦੇ ਆ ਜਾਂ ਡਰਾਵੇ ਦਿੱਤੇ ਜਾਂਦੇ ਆ। ਅਚਾਨਕ ਪਹਿਲਾਂ 7 ਮੁਕੱਦਮੇ ਚੱਲਦੇ ਹੁੰਦੇ, ਮੁੜ ਕੇ 1 ਵਾਪਸ ਲੈ ਲਾ। ਆਪਾਂ ਪੰਜਾਬ 'ਚ ਦੇਖਿਆ 20 ਮੁਕੱਦਮੇ ਹੁੰਦੇ ਆ, ਮੁੜ ਕੇ 1 ਵਾਪਸ ਲੈ ਲਾ, 2 ਵਾਪਸ ਲੈ ਲਾ, 3 ਵਾਪਸ ਲੈ ਲਾ। ਪਹਿਲਾਂ 5 ਸਾਲ ਉਹਦੇ ਉੱਤੇ ਰਾਜਨੀਤੀ ਕਰਦੇ ਰਹਿਣਾ, ਬਾਅਦ ਵਿੱਚ ਕਹਿਣਾ ਸਬੂਤ ਤਾਂ ਹੈ ਨਹੀਂ, ਅਸੀਂ ਫਿਰ ਮੁਕੱਦਮਾ ਵਾਪਸ ਲੈਂਦੇ ਆ। ਲੋਕਾਂ ਨੂੰ ਬੁੱਧੂ ਬਣਾਉਣ ਦੀਆਂ ਗੱਲਾਂ। ਤੇ ਹੁਣ ਜੇ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੂੰ ਇਹ ਕਹਿਣਾ ਪੈ ਗਿਆ ਕਿ ਜੇ ਲੋਕਾਂ ਦੇ ਚੁਣੇ ਨੁਮਾਇੰਦੇ ਤੇ ਕੋਈ ਅਪਰਾਧਿਕ ਮਾਮਲਾ ਚੱਲਦਾ, ਇਹ ਵਕੀਲ ਸਾਹਿਬ ਦੀ ਮਰਜ਼ੀ ਨਹੀਂ ਕਿ ਚਲੋ ਇਦਾਂ ਕਰਦੇ ਆ ਵਾਪਸ ਲੈ ਲੈਣੇ ਆ, ਛੱਡੋ ਪਰਾਂ ਕੀ ਰੱਖਿਆ ਆਪਾਂ, ਭਰਾ ਕਈ ਵਾਰ ਇੱਕੋ ਪਾਰਟੀ ਇਕੱਠੇ ਹੋ ਜਾਂਦੇ 2 ਬੰਦੇ ਜਿਨ੍ਹਾਂ ਨੇ ਇੱਕ ਦੂਜੇ ਦੇ ਪਰਚੇ ਕੀਤੇ ਹੁੰਦੇ ਆ। ਉਹ ਕਹਿੰਦੇ ਪਹਿਲਾਂ ਹਾਈ ਕੋਰਟ ਜਾ ਕੇ ਤੁਹਾਨੂੰ ਦੱਸਣਾ ਪਊਗਾ ਕਿ 5 ਸਾਲ ਪਹਿਲਾਂ ਜਾਂ 3 ਸਾਲ ਪਹਿਲਾਂ ਇਹ ਬੰਦਾ ਤੁਹਾਨੂੰ ਅਪਰਾਧੀ ਕਿਉਂ ਲੱਗਦਾ ਸੀ। ਉਦੋਂ ਤੁਸੀਂ ਸਬੂਤ ਵੀ ਦਿੰਦੇ ਸੀ, ਉਦੋਂ ਤੁਸੀਂ ਗਵਾਹੀਆਂ ਵੀ ਦਿੰਦੇ ਸੀ, ਉਦੋਂ ਤੁਸੀਂ ਵਕੀਲ ਵੀ ਕਰਦੇ ਸੀ, ਅਦਾਲਤਾਂ ਦਾ ਸਮਾਂ ਜਾਇਆ ਕਰਦੇ ਸੀ। ਹੁਣ ਤੁਸੀਂ ਇੱਕ ਥਾਂ ਹੋ ਗਏ, ਚਾਹੇ ਡਰਾਵਾ ਆ, ਚਾਹੇ ਸਹਿਮਤੀ ਆ, ਚਾਹੇ ਸਮਝੌਤਾ ਹੈ, ਤੇ ਹੁਣ ਭਾਈ ਤੁਸੀਂ ਮੁਕੱਦਮੇ ਵਾਪਸ ਲੈ ਲਓਗੇ। ਇਦਾਂ ਨਹੀਂ, ਪਹਿਲਾਂ ਹਾਈ ਕੋਰਟ ਤੋਂ ਮਨਜ਼ੂਰੀ ਲਓ। ਇਹਦਾ ਮਤਲਬ ਕਿ ਸੁਪਰੀਮ ਕੋਰਟ ਨੂੰ ਲੱਗਾ ਕਿ ਇਦਾਂ ਕੰਮ ਚੱਲਦਾ, ਜੇ ਇਦਾਂ ਦੇ ਲੋਕਾਂ ਦੇ ਹੱਥਾਂ 'ਚ ਦੇਸ਼ ਦਾ ਸੂਬੇ ਦਿੱਤੇ ਆ, ਫਿਰ ਤਾਂ ਸੰਧਾਲੀਆ ਸਭ ਗੱਲ ਉੱਪਰ ਤੱਕ ਚਲੇ ਗਈ ਹੈ। ਜਿਹੜੀ ਉੱਪਰ ਤੱਕ ਗਈ ਆ ਤੇ ਕੋਈ ਗੱਲ ਨਹੀਂ, ਕੋਈ ਐਡਾ ਇਹ ਪਤਾ ਇਕੱਲਾ ਮਾਤੜ ਧਮਾਤੜ ਬੰਦਾ ਆਪਣੇ ਵਰਗੇ ਨੂੰ ਲੱਗਦਾ ਵੀ ਭਾਈ ਸਾਹਿਬ ਨਹੀਂ। ਹਾਂ, ਤੁਸੀਂ ਵੈਸੇ ਹੁੰਦਾ ਨਾ ਕਿ ਸਜ਼ਾ ਸਾਂਝੀ ਦੇ ਦਿਓ, ਇਦਾਂ ਕਰੋ ਮਾਤੜ ਧਮਾਤੜ ਤੁਹਾਡੇ ਵਰਗੇ ਬੰਦੇ ਨੂੰ ਲੱਗਦਾ, ਸਾਨੂੰ ਨਹੀਂ ਲੱਗਦਾ। ਨਹੀਂ, ਮੈਂ ਦੇਖੋ ਕਾਰਨ ਹੈ, ਰਿਐਲਿਟੀ ਦੱਸ ਦਿੰਦਾ। ਹੁਣ ਦੇਖੋ ਮੰਨ ਲਓ ਵੀ ਇਹ ਆ ਵੀ ਥੋੜਾ ਜਿਹਾ ਫੀਸਾਂ 2 ਕੁ ਵੱਧ ਦੇਣੀਆਂ ਪੈਣਗੀਆਂ, ਇੱਕ ਅੱਧੀ ਹਾਈ ਕੋਰਟ 'ਚ ਸੁਣਵਾਈ ਵੱਧ ਹੋ ਜੂਗੀ, ਹੋਰ ਕੋਈ ਏਡੀ ਉੱਥੇ ਕੋਈ ਗੋਲੀ ਥੋੜਾ ਵੱਧ ਚੱਲੀ ਹੈ। ਦੇਖੋ ਪੁਰਾਣੀ ਇੱਕ ਕਹਾਣੀ ਨਹੀਂ ਸੀ, ਉਹ ਕਹਿੰਦਾ ਵੀ ਹਾਂ ਵੀ ਕੋਈ ਕਿਸੇ ਦੀ ਨਾ ਘੋੜੀ ਚੋਰੀ ਹੋ ਗਈ ਤੇ ਉਹਨੂੰ ਕਦੇ ਰਾਜ ਲੱਭਦੇ ਪੈਡ ਪੂਡ ਦੱਬਦੇ ਤੇ ਕੋਈ ਬੰਦਾ ਟੱਕਰ ਗਿਆ। ਉਹ ਕਹਿੰਦੇ ਵੀ ਯਾਰ ਇਹ ਘੋੜੀ, ਉਹ ਕਹਿੰਦਾ ਮੈਂ ਵੇਖਿਆ ਜੀ ਘੋੜੀ ਲਿਆਂਦਾ ਬੰਦਾ। ਅੱਛਾ, ਕਹਿੰਦਾ ਫਿਰ ਤੂੰ ਗਵਾਹੀ ਦੇਂਗਾ? ਕਹਿੰਦਾ ਹਾਂ ਇਹੋ ਬੰਦਾ ਇਹ ਘੋੜੀ ਲਿਆਂਦਾ। ਉਹ ਚੱਲ ਪਿਆ ਕੰਮ ਹੌਲੀ ਹੌਲੀ। ਹੁਣ ਜਦੋਂ ਹੈ ਤੇ ਰਾਜ ਦੇ ਟਾਈਮ ਦੀ ਗੱਲਬਾਤ, ਉਹ ਕਹਿੰਦੇ ਵੀ ਯਾਰ ਇਹ ਤੇ ਬੰਦੇ ਨੇ ਗਵਾਹੀ ਦੇ ਦਿੱਤੀ ਆ, ਤੇ ਹੁਣ ਚੱਕਰ ਇਹ ਆ ਵੀ ਜੇ ਉੱਥੇ ਰਾਜੇ ਦੇ ਸਾਹਮਣੇ ਜਾ ਕੇ ਵੀ ਨੇ ਕਹਿ ਦਿੱਤਾ ਵੀ ਮੈਂ ਇਹਨੂੰ ਘੋੜੀ ਲਿਆਂਦੇ ਨੂੰ ਵੇਖਿਆ, ਇਹ ਤੇ ਆਪਾਂ ਗਏ। ਉਹ ਕਹਿੰਦੇ ਕਰੀਏ ਕੀ ਫਿਰ? ਉਹ ਫਿਰ ਨੇਰੇ ਸਵੇਰੇ ਇਹੀ ਕੰਮ ਵੀ ਯਾਰ ਕੁਝ ਸੋਚੋ, ਇਹ ਉਹ ਟਾਈਪ ਕੀਤਾ, ਉਹਨੂੰ ਮਨਾ ਲਿਆ। ਹੁਣ ਜਦੋਂ ਰਾਜੇ ਕੋਲੋਂ ਗਿਆ ਤੇ ਉਹਨੂੰ ਕਹਿੰਦੇ ਵੀ ਹਾਂ ਬਈ ਤੂੰ ਆ ਗਿਆ? ਕਹਿੰਦੇ ਹਾਂ ਗਿਆ। ਇਸ ਬੰਦੇ ਨੂੰ ਜਾਣਦਾ? ਕਹਿੰਦਾ ਜਾਣਦਾ। ਕਹਿੰਦੇ ਇਹਨੇ ਘੋੜੀ ਚੋਰੀ ਕੀਤੀ? ਕਹਿੰਦਾ ਇਹ ਕੀਤੀ। ਕਹਿੰਦਾ ਤੂੰ ਦੇਖੀ? ਕਹਿੰਦਾ ਦੇਖੀ। ਕੀ ਦੇਖਿਆ ਤੂੰ? ਕਹਿੰਦਾ ਜੀ ਮੈਂ ਉਦੋਂ ਵੱਟ ਤੇ ਬੈਠਾ ਹਾਂ ਤੇ 1.5 ਕਿੱਲਾ ਹਟਵਾਂ ਇਹ ਪਹਿਲਾਂ ਲੰਘਿਆ, ਉੱਥੋਂ ਇਹਨੇ ਮੋੜ ਕੱਟਿਆ ਤੇ ਮੈਂ ਧਿਆਨ ਨਾਲ ਵੇਖਿਆ ਵੀ ਇਹਦੇ ਮੋਢੇ ਤੇ ਹੈਗਾ ਕੁਛ। ਫਿਰ ਜਦੋਂ ਥੋੜਾ ਜਿਹਾ ਹੋਰ ਲੱਗ ਗਿਆ ਤੇ ਫਿਰ ਮੈਨੂੰ ਕਲੀਅਰ ਕੱਟ ਹੀ ਦਿਸ ਪਈ ਵੀ ਘੋੜੀ ਇਹਨੇ ਮੋਢੇ ਤੇ ਰੱਖੀ ਹੈ ਤੇ ਲੰਘ ਗਿਆ। ਉਹ ਕਿਹੜੀ ਘੋੜੀ ਦੀ ਗੱਲ ਕਰਦਾ? ਕਹਿੰਦਾ ਮੈਂ ਸੇਵੀਆਂ ਵੱਟਣ ਵਾਲੀ ਦੀ। ਉਹ ਦੂਜੀ ਘੋੜੀ ਤੋਂ ਸੇਵੀਆਂ ਵੱਟਣ ਵਾਲੀ ਘੋੜੀ ਤੇ ਆ ਗਿਆ। ਆਪ ਮੁੱਕਰਿਆ ਵੀ ਨਹੀਂ, ਦੂਜਾ ਵੀ ਬਚ ਗਿਆ। ਆਹੋ, ਇਹੋ ਜਿਹੇ ਕੰਮ ਤੇ 20 ਹੋ ਜਾਣੇ ਉੱਥੇ, ਕਿਹੜੀ ਗੱਲਾਂ ਚੋਂ ਗੱਲ ਹੈ? ਨਹੀਂ ਚਲੋ ਮੰਨ ਕੇ ਚੱਲਦੇ ਆ, ਜੇ ਉੱਥੇ ਹੋ ਸਕਦੇ ਫਿਰ ਥੱਲੇ ਵੀ ਹੋ ਜਾਣਗੇ। ਫਿਰ ਇਦਾਂ ਹੀ ਆ ਵੀਰ ਜੀ, ਥੱਲੇ ਤਾਂ ਹੁਣ ਸ਼ੁਰੂ ਹੋ ਗਿਆ ਕੰਮ। ਦੇਖੋ ਕਾਰਨ ਆ ਵੀ ਰੌਲਾ ਕਿੱਥੋਂ ਪੈਂਦਾ ਜੀ। ਰੌਲਾ ਪੈਂਦਾ ਵੀ ਇੱਕ ਅੱਧਾ ਬੰਦਾ ਕਹਿੰਦਾ ਵੀ ਰਾਈਟ ਟੂ ਇਨਫੋਰਮੇਸ਼ਨ ਐਕਟ ਮਿਲਿਆ, ਇਹਦੇ ਤਹਿਤ ਮੈਨੂੰ ਜਾਣਕਾਰੀ ਦਿਓ ਵੀ ਫਲਾਣੇ ਡਿਪਾਰਟਮੈਂਟ ਵਿਭਾਗ ਦੇ ਵਿੱਚ ਆ ਚੀਜ਼ ਕਿੱਦਾਂ ਹੋਈ ਜੀ। ਅੱਗੋਂ ਕੀ ਸੀਗਾ ਵੀ ਪਹਿਲਾਂ ਸਰਕਾਰ ਨੂੰ ਲਿਖ ਕੇ ਦੇਣਾ ਪੈਂਦਾ ਸੀ ਵੀ ਆਹ ਹੋਇਆ, ਫਿਰ ਉਹ ਬੰਦਾ ਕਾਗਜ਼ ਇਕੱਠੇ ਕਰਕੇ ਜਾਂਦੇ ਮੀਡੀਆ ਜਾਂਦਾ ਸੀ, ਫਿਰ ਅਦਾਲਤ 'ਚ ਜਾਂਦਾ ਸੀ, ਕੱਲ੍ਹ ਨੂੰ ਸਿਆਪਾ ਪੈਂਦਾ। ਹੁਣ ਦੇਖੋ ਪ੍ਰਸ਼ਾਸਕੀ ਸੁਧਾਰ ਕੀਤੇ ਪੰਜਾਬ ਸਰਕਾਰ ਜੀ, ਉਹਨਾਂ ਨੇ ਫਿਰ ਬਹੁਤ ਸਾਰੀਆਂ ਅਦਾਲਤਾਂ ਦੇ ਫੈਸਲਿਆਂ ਦਾ ਹਵਾਲਾ ਦਿੰਦਿਆਂ ਨਾ ਜਿਹੜੀ ਨਿੱਜੀ ਜਾਣਕਾਰੀ ਹੁੰਦੀ ਕਿ ਨਹੀਂ, ਉਹ ਕਹਿੰਦੇ ਯਾਰ ਨਿੱਜੀ ਜਾਣਕਾਰੀ ਇੱਕ ਸ਼ਬਦ ਹੈਗਾ ਜਿਹਦੇ ਤਹਿਤ ਆਪਾਂ ਇਹ ਤੋਂ ਬਚ ਸਕਦੇ। ਉਹ ਕਹਿੰਦੇ ਇਦਾਂ ਕਰੋ ਫਿਰ ਨਿੱਜੀ ਜਾਣਕਾਰੀ ਥੋੜ੍ਹੀ ਵਧਾਓ। ਕਿੰਨੀ ਕਹਿੰਦੇ? ਥੋੜ੍ਹੀ ਹੋਰ ਵਧਾਓ। ਕਹਿੰਦੇ ਕਿੱਦਾਂ? ਉਹ ਹੋਰ ਵਧਾਓ ਥੋੜ੍ਹੀ ਜੀ। ਉਹ ਹੁਣ ਵਾਹਵਾ ਸਾਰੀ ਨਿੱਜੀ ਜਾਣਕਾਰੀ ਦਾ ਦਾਇਰਾ ਬਣਾ ਕੇ ਕੁੱਲ ਮਿਲਾ ਕੇ ਹੁਣ RTI ਜੋ ਤੁਸੀਂ ਕੁਛ ਨਹੀਂ ਲੱਭ ਸਕਦੇ, ਪ੍ਰਸ਼ਾਸਕੀ ਸੁਧਾਰ ਪੰਜਾਬ ਸਰਕਾਰ ਨੇ ਕਰਤੀ। ਸੰਧਾਲੀਆ ਵਾਲੀ ਕਿਹੜੀ ਗੱਲ? ਨਹੀਂ, ਗੱਲ ਤਾਂ ਤੁਹਾਡੀ ਠੀਕ ਹੈ। ਦੇਖੋ ਜਦੋਂ RTI ਐਕਟ ਆਇਆ ਸੀ, ਡਿਪਾਰਟਮੈਂਟਾਂ ਨੂੰ ਚਿੱਠੀਆਂ ਬਹੁਤ ਜਾਣ ਲੱਗ ਪਈਆਂ, ਮੈਨੂੰ ਆਹ ਦੱਸੋ ਸਾਨੂੰ। ਇੱਕ ਤਾਂ ਚਿੱਠੀ ਇੱਦਾਂ ਦੀ ਵੀ ਆਈ ਸੀ ਕਿ ਸਾਨੂੰ ਪਿਛਲੇ 10 ਸਾਲਾਂ ਦੇ ਵਿੱਚ ਜਿਹੜੇ 3 ਤੋਂ 6 ਸਾਲ ਦੇ ਬੱਚੇ ਨੇ, ਹਰ ਮਹੀਨੇ ਉਹਨਾਂ ਦਾ ਭਾਰ ਕਿੰਨਾ ਵੱਧਦਾ ਰਿਹਾ, ਕਿਉਂਕਿ ਭੁੱਖਮਰੀ ਵਾਲਾ ਡਾਟਾ ਕੱਢਣਾ ਸੀ। ਉਹ ਹੁਣ ਕਿੰਨੇ ਕੁ ਰਜਿਸਟਰ ਭਰੀ ਜਾਣ, ਕਈ ਸਮੱਸਿਆ ਵੀ ਆਉਂਦੀਆਂ, ਕਈ ਵਾਰੀ ਅਫਸਰਾਂ ਨੂੰ ਤੰਗ ਕਰਨ ਨੂੰ ਵੀ ਗੱਲ ਚੱਲਦਾ। ਪਰ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਭਾਰਤ ਦੇ ਅੰਦਰ ਬਹੁਤ ਸਾਰੇ ਹੋਏ ਧੋਖੇ ਤੇ ਘਪਲੇ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਜਾਣਕਾਰੀ ਲੈ ਕੇ ਕੱਢੇ ਆ। ਹੁਣ ਉਹਦੇ ਤੋਂ ਬਾਅਦ ਹਰ ਤੀਜੇ ਚੌਥੇ ਦਿਨ ਕੋਈ ਨਾ ਕੋਈ ਰੌਲਾ ਪਿਆ ਰਹਿੰਦਾ ਸੀ, ਆ ਯਾਰ ਨਹਿਰਾਂ ਦੀ ਸਫਾਈ ਕਰਾਉਣੀ ਸੀ, ਅਗਲੇ RTI ਪਾਉਂਦੇ ਆ, ਦੱਸੋ ਜੀ ਕਿੰਨੀ ਵਾਰੀ 10 ਸਾਲਾਂ ਨਹਿਰਾਂ ਦੀ ਸਫਾਈ ਕਰਾਈ ਹੈ, ਕਿਹੜੇ ਠੇਕੇਦਾਰ ਨੇ ਕਰਾਈ ਹੈ। ਉਹਦੇ ਤੋਂ ਬਾਅਦ ਠੇਕੇਦਾਰ ਦਾ ਘਰ ਦੇਖਣ ਲੱਗ ਪੈਂਦੇ। ਅੱਛਾ 2006 'ਚ ਘਰ ਸੀ ਤਾਂ 2008 'ਚ ਕੋਠੀ ਬਣ ਗਈ ਹੈ, ਤੇ ਉਹਦੇ ਤੋਂ ਬਾਅਦ 2010 ਦੇ ਵਿੱਚ ਬੰਗਲਾ ਬਣ ਗਿਆ।
ਭਾਈ ਕਿੱਥੋਂ ਬਣ ਗਿਆ। ਹੁਣ ਉਸ ਮਸਲੇ ਦੇ ਵਿੱਚ ਕਿਉਂਕਿ ਜੇ ਤਾਂ ਲੋਕਾਂ ਨੂੰ ਜਾਣਕਾਰੀ ਮਿਲਦੀ ਸੀ ਤਾਂ ਅੰਦਰਲੀਆਂ ਗੱਲਾਂ ਸਾਹਮਣੇ ਆਉਂਦੀਆਂ ਸੀ। ਸੰਧਾਲੀਆ ਸਾਹਿਬ ਜਿਹੜੀ ਚਿੱਠੀ ਡੀਸੀ ਸਾਹਿਬ, ਐਸਡੀਐਮ ਸਾਹਿਬ ਤੇ ਸੰਬੰਧਿਤ ਅਧਿਕਾਰੀਆਂ ਨੂੰ ਪ੍ਰਸ਼ਾਸਕੀ ਸੁਧਾਰ ਵਿਭਾਗ ਪੰਜਾਬ ਸਰਕਾਰ ਨੇ ਭੇਜੀ ਹੈ, ਉਹਦੇ ਵਿੱਚ ਬਹੁਤ ਕੁਝ ਹੈ ਜੀ। ਕਿਸੇ ਦੇ ਮੈਡੀਕਲ ਨਾਲ ਸੰਬੰਧਿਤ ਜਾਣਕਾਰੀ, ਕਿਸੇ ਦੇ ਪਰਿਵਾਰਕ ਮੈਂਬਰਾਂ ਦੇ ਅਸਾਸੇ, ਪ੍ਰਾਪਰਟੀ, ਉਹਦੇ ਨਾਲ ਸੰਬੰਧਿਤ ਜਾਣਕਾਰੀ, ਹੋਰ ਬਹੁਤ ਸਾਰੀਆਂ ਨਿੱਜੀ ਜਾਣਕਾਰੀਆਂ, ਉਹਦੀ ਰਿਪੋਰਟ ਕੀ ਹੈ ਜਿਹੜੀ ਕੌਨਫੀਡੈਂਸ਼ੀਅਲ ਰਿਪੋਰਟ ਹੁੰਦੀ ਹੈ, ਉਹਦੇ ਬਾਬਤ ਨਹੀਂ ਜੀ ਅਸੀਂ ਦੱਸਣਾ। ਠੀਕ ਹੈ। ਅੱਗੇ ਲੋਕ ਕੀ ਪਤਾ ਕਰਦੇ ਸੀ? ਲੋਕ ਪਤਾ ਕਰਦੇ ਸੀ ਯਾਰ ਫਲਾਣੇ ਬੰਦੇ ਨੂੰ ਉਸ ਬਹੁਤ ਵੱਡੇ ਡਿਪਾਰਟਮੈਂਟ ਦਾ, ਮਲਾਈ ਦਾ ਡਿਪਾਰਟਮੈਂਟ ਦਾ ਹੈੱਡ ਲਾਤਾ, 4 ਬੰਦਿਆਂ ਨੂੰ ਛੱਡ ਕੇ ਲਾਤਾ। ਆਰਟੀਆਈ ਪਾਉਂਦੇ ਸੀ ਜੀ ਦੱਸੋ ਅੱਜ ਤੱਕ ਦਾ ਇਹਦਾ ਸਰਵਿਸ ਦੇ ਵਿੱਚ ਕੰਮ ਕਿਦਾਂ ਦਾ ਰਿਹਾ ਹੋਊ। ਕਹਿੰਦੇ 4 ਵਾਰੀ ਤਾਂ ਦੋਸ਼ ਲੱਗ ਹਟਿਆ, 8 ਵਾਰੀ ਤਾਂ ਇਨਕੁਆਰੀ ਹੋ ਹਟੀ ਆ, 2 ਵਾਰੀ ਬੰਦਾ ਸਸਪੈਂਡ ਹੋ ਹਟਿਆ। ACR ਹੁੰਦੀ ਹੈ ਨਾ, ਹੁਣ ACR ਦੇ ਵਿੱਚ ਇਸ ਸਾਲ ਚਾਹ ਲਿਖਿਆ ਗਿਆ ਸੀ, ਉਹਦੇ ਨਾਲ ਪਤਾ ਲੱਗਦਾ ਸੀ ਕਿ ਬੰਦੇ ਦੇ ਉੱਤੇ ਤਾਂ ਧੱਬੇ ਬਹੁਤ ਹੈ, ਦਾਗ ਬਹੁਤ ਹੈ। ਬੰਦਾ ਤੁਸੀਂ ਚੱਕ ਕੇ ਫਿਰ ਮਲਾਈਦਾਰ ਕੁਰਸੀ ਦੇ ਉੱਤੇ ਲਾਤਾ। ਸਵਾਲ ਖੜੇ ਹੁੰਦੇ ਸੀ, ਸਰਕਾਰ ਕਟਹਿਰੇ 'ਚ ਖੜੀ ਹੋ ਜਾਂਦੀ ਸੀ। ਹੁਣ ਕਹਿਣਗੇ ਜੀ ਦੇਖੋ ਗੱਲ ਤਾਂ ਤੁਹਾਡੀ ਠੀਕ ਹੈ, ਸਵਾਲ ਤਾਂ ਠੀਕ ਹੈ, ਪਰ ਇਹ ਨਿੱਜੀ ਜਾਣਕਾਰੀ ਦੇ ਘੇਰੇ ਦੇ ਵਿੱਚ ਆਉਂਦਾ। ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਅਸੀਂ ਇਹ ਜਾਣਕਾਰੀ, ਕਿਉਂਕਿ ਕਿਸੇ ਵੀ ਬੰਦੇ ਦੀ ਨਿੱਜੀ ਜਾਣਕਾਰੀ ਅਸੀਂ ਤੁਹਾਨੂੰ ਦੇ ਨਹੀਂ ਸਕਦੇ। ਪਹਿਲਾਂ ਕੀ ਹੁੰਦਾ ਸੀ, ਕਿਤੇ ਲੱਗਿਆ ਕਿ ਘਪਲਾ ਹੁੰਦਾ ਹੈ, ਅਗਲੇ ਕਹਿੰਦੇ ਸੀ ਜੀ ਅੱਛਾ ਆਪਣੇ ਨਾਂ ਤਾਂ ਪੈਸੇ ਰੱਖੇ ਨਹੀਂ ਉਹਨੇ, ਘਰ ਵਾਲੀ ਦੇ ਨਾਲ ਪ੍ਰਾਪਰਟੀ 5 ਸਾਲਾਂ 'ਚ ਕਿੰਨੀ ਵਧੀਆ, ਨਿਆਣਿਆਂ ਦੇ ਨਾਂ ਕਿੰਨੀ ਵਧੀਆ, ਬੀਬੀ ਭਾਪੇ ਦੇ ਨਾਂ ਕਿੰਨੀ ਵਧੀਆ, ਭਰਾ ਭੈਣ ਦੇ ਨਾਂ ਕਿੰਨੀ ਵਧੀਆ, ਸਾਰੀ ਜਾਣਕਾਰੀ ਲੈ ਲੈਂਦੇ ਸੀ। ਉਦੋਂ ਹੀ ਪਤਾ ਲੱਗ ਜਾਂਦਾ ਸੀ ਅੱਛਾ 10 ਕਰੋੜ ਦਾ ਘਪਲਾ ਹੋਇਆ ਤਾਂ 8 ਕਰੋੜ ਦੀ ਪ੍ਰਾਪਰਟੀ ਵੱਧ ਗਈ ਹੈ। ਆਪ ਤਾਂ ਕਹਿ ਰਹੀ ਬੰਦਾ ਆਪਣੇ ਨਾਲ ਕੋਈ ਵੀ ਨਹੀਂ ਰੱਖਦਾ, ਉਹ ਸਾਰਾ ਕੁਝ ਪਤਾ ਲੱਗ ਜਾਂਦਾ ਸੀ। ਪਰ ਹੁਣ ਆਹ ਜਿਹੜਾ ਪ੍ਰਸ਼ਾਸਕੀ ਸੁਧਾਰ ਵਿਭਾਗ ਨੇ ਪੱਤਰ ਜਾਰੀ ਕਰਤਾ, ਚਿੱਠੀ ਜਾਰੀ ਕਰਤੀ, ਨਹੀਂ ਜੀ ਆਹ ਜਾਣਕਾਰੀਆਂ ਨਹੀਂ ਦਿੱਤੀਆਂ ਜਾ ਸਕਦੀਆਂ, ਉਹਦੇ ਨਾਲ ਇਹ ਜਿਹੜਾ ਰਾਈਟ ਟੂ ਇਨਫੋਰਮੇਸ਼ਨ ਐਕਟ ਹੈ ਉਹਦੇ ਦੰਦ ਖੁੰਡੇ ਖੱਟੇ ਕੀਤੇ ਗਏ ਆ। ਤੇ ਇਹਦੇ ਨਾਲ ਹੋ ਸਕਦਾ ਕਿ ਬਹੁਤ ਸਾਰੀਆਂ ਚੀਜ਼ਾਂ ਪਤਾ ਨਾ ਲੱਗਣ। ਚੰਗਾ ਹੁੰਦਾ ਕੈਪਟਨ ਸਾਹਿਬ ਦਿੱਲੀ ਗਏ ਆ, ਜਾਣ ਤੋਂ ਪਹਿਲਾਂ ਪ੍ਰਸ਼ਾਸਕੀ ਸੁਧਾਰ ਵਿਭਾਗ ਨੂੰ ਕਹਿੰਦੇ ਕਿ ਇੱਕ ਚਿੱਠੀ ਜਾਰੀ ਕਰੋ, ਪ੍ਰਸ਼ਾਸਨ ਦੇ ਵਿੱਚ ਸੁਧਾਰ ਕਰਨਾ, ਕਿ ਕਿਸੇ ਦੀ ਫਾਈਲ ਤਾਂ ਨਹੀਂ ਅਟਕੀ, ਕਿਸੇ ਦੇ ਕੰਮ ਨੂੰ ਸਮਾਂ ਤਾਂ ਨਹੀਂ ਲੱਗਦਾ, ਪੈਨਸ਼ਨ ਲੇਟ ਤਾਂ ਨਹੀਂ ਮਿਲਦੀ, ਬਜ਼ੁਰਗਾਂ ਨੂੰ ਗੇੜੇ ਤਾਂ ਨਹੀਂ ਮਾਰਨੇ ਪੈਂਦੇ। ਕੋਈ ਖਿਡਾਰੀ ਜਾਂ ਖਿਡਾਰਨ ਜਿਹਦੇ ਪ੍ਰਸ਼ਾਸਨ ਦੇ ਕੋਲੇ ਚਿੱਠੀਆਂ ਗਈਆਂ ਕਿ ਭਾਈ ਇਹ ਬੱਚੀ ਨੇ ਜਾਂ ਬੱਚੇ ਨੇ ਖੇਡਣ ਜਾਣਾ, ਇਹਨੂੰ ਡਾਈਟ ਦੀ ਲੋੜ ਹੈ, ਟ੍ਰੇਨਿੰਗ ਦੀ ਲੋੜ ਹੈ, ਉਹਦੀ ਫਾਈਲ ਕਿਤੇ ਅਟਕੀ ਤਾਂ ਨਹੀਂ ਪਈ। ਪ੍ਰਸ਼ਾਸਕੀ ਸੁਧਾਰ ਕੱਲਾ ਜਾਣਕਾਰੀਆਂ ਰੋਕ ਕੇ ਨਹੀਂ ਆਉਣਾ, ਅਸਲ ਦੇ ਵਿੱਚ ਜਿੱਥੇ ਲਿਆਉਣ ਦੀ ਲੋੜ ਹੈ ਉੱਥੇ ਲਿਆਓ। ਜੀ ਮੈਨੂੰ ਇਹ ਦੱਸੋ ਵੀ ਕੈਪਟਨ ਸਾਹਿਬ ਨੇ ਆਪ ਟਾਈਪ ਕਰਨੀ ਚਿੱਠੀ ਇਦਾਂ ਨਹੀਂ ਨਾ ਕਰਨੀ, ਕਿਸੇ ਨੇ ਤੇ ਥੱਲੇ ਸਲਾਹ ਦੇਣੀ ਹੈ, ਗੱਲ ਫਿਰ ਉੱਥੇ ਸਲਾਹ ਤੇ ਕਾਰ ਤੇ ਆ ਜਾਣੀ ਹੈ ਨਾ। ਹੁਣ ਗੱਲ ਇਹ ਆ ਵੀ ਇਹ ਜਿਹੜੀ ਸਲਾਹ ਹੈ ਉਹ ਥੱਲੇ ਚੱਲੂਗੀ ਤਾਂ ਹੀ ਅੱਗੇ ਤੱਕ ਪਹੁੰਚੂਗੀ ਨਾ। ਤੇ ਜੇ ਮੰਨ ਲਓ ਇਹ ਸਲਾਹ ਦਿੱਤੀ ਜਾਵੇ ਫਿਰ ਤੇ ਪੈ ਗਿਆ ਗੱਲ ਸਿਆਪਾ। ਹੁਣ ਮੰਨ ਲਓ ਵੀ ਉੱਪਰੋਂ ਮਾਲਕ ਕਹਿ ਦੇਣ ਵੀ ਕਾਕਾ ਮੈਨੂੰ ਫਟਾਫਟ ਸਵੇਰ ਤੱਕ ਰਿਪੋਰਟ ਦਿਓ ਵੀ ਕਿੰਨੀਆਂ ਪੈਨਸ਼ਨ ਆਈ, ਉਹ ਸਾਰਾ ਕੁਝ ਰੋਕਿਆ ਤੁਸੀਂ ਚੈੱਕ ਕਰੋ, ਵੀ ਇਹ ਤੇ ਕੰਮ ਹੀ ਕਰਨਾ ਪੈਣਾ, ਪੈਨਸ਼ਨ ਵੀ ਦੇਣੀ ਪੈਣੀ ਹੈ, ਸੁੱਖ ਨਾਲ ਖਜ਼ਾਨਾ ਅੱਗੇ ਹੀ ਖਾਲੀ ਹੈ। ਤੇ ਜੇ ਮੰਨ ਲਓ ਵੀ ਆਪਾਂ ਸਿਆਪਾ ਹੀ ਇਹੋ ਜਿਹਾ ਪਾ ਦੇ ਵੀ ਜੇ ਕੋਈ ਪੁੱਛੇ ਤਾਂ ਉਹਨੂੰ ਬੰਦੇ ਦਾ ਪੁੱਤ ਬਣਾ ਕੇ ਕਹਦੇ ਕਾਕਾ ਤੂੰ ਮੰਗ ਨਹੀਂ ਸਕਦਾ ਜਾਣਕਾਰੀ, ਉਹਦੇ 'ਚ ਡਬਲ ਫਾਇਦਾ ਵੀ ਪਹਿਲੀ ਗੱਲ ਤੇ ਅਗਲਾ ਪੁੱਛੂ ਨਾ, ਜੇ ਪੁੱਛੂ ਤੇ ਫਿਰ ਕੰਮ ਕੋਈ ਨਹੀਂ ਕਰਨਾ ਪੈਣਾ। ਦੇਖੋ ਹਰ ਚੀਜ਼ ਨੂੰ ਸੋਚਣਾ ਪੈਂਦਾ ਬਾੜ ਸਾਹਿਬ। ਤੁਸੀਂ ਕਹਿੰਦੇ ਵੀ ਯਾਰ ਪ੍ਰਬੰਧ ਸੁਧਾਰ ਦੀਏ, ਪ੍ਰਸ਼ਾਸਨ ਸੁਧਾਰ ਦੀਏ, ਰਾਜ ਸੁਧਾਰ ਦੀਏ, ਸਰਕਾਰਾਂ ਸੁਧਾਰ ਦੀਏ, ਦੇਸ਼ ਸੁਧਾਰ ਦੀਏ, ਇੱਦਾਂ ਕਿੱਦਾਂ? ਨਹੀਂ ਗੱਲ ਤਾਂ ਤੁਹਾਡੀ ਠੀਕ ਹੈ। ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਵਾਹਵਾ ਕਿਹਾ ਕਿ ਦੇਖੋ ਪੰਥ ਦੀਆਂ ਮਹਾਨ ਜਿਹੜੀਆਂ ਸੰਸਥਾਵਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ, ਉਹਨਾਂ ਨੂੰ ਢਾਹ ਲਾਉਣ ਵਾਲੇ ਬਿਆਨ ਨਾ ਦਿਓ। ਤਾਕਤਾਂ ਤਾਂ ਬਾਹਰ ਹੀ ਨਹੀਂ ਜੀਣ ਦਿੰਦੀਆਂ, ਅੰਦਰ ਰਹਿ ਕੇ ਜਿਹੜੇ ਢਾਹ ਲਾਉਂਦੇ ਆ ਇਸ ਤਰ੍ਹਾਂ ਨਾ ਕਰੋ। ਬਹੁਤ ਸਾਰੇ ਕੰਮ ਚੰਗੇ ਹੁੰਦੇ, ਉਸਤਤ ਵੀ ਕਰੋ। ਤੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਬਹੁਤ ਸਾਰੇ ਵੈਬ ਚੈਨਲ ਵੀ ਨੇ ਜਿਹੜੇ ਕਿ ਹਮੇਸ਼ਾ ਖੁੰਦਕ ਕੱਢਦੇ ਆ, ਜਿਹੜੇ ਹਮੇਸ਼ਾ ਨਾ ਪੱਖੀ ਖਬਰਾਂ ਦਾ ਪ੍ਰਚਾਰ ਕਰਦੇ ਆ, ਪਰ ਇਸ ਤਰ੍ਹਾਂ ਨਹੀਂ ਹੈ। ਬਹੁਤ ਸਾਰੇ ਕੰਮ ਚੰਗੇ ਵੀ ਹੁੰਦੇ ਆ, ਤੁਸੀਂ ਉਹਨਾਂ ਦਾ ਵੀ ਪ੍ਰਚਾਰ ਕਰਿਆ ਕਰੋ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਉਹਨਾਂ ਲੋਕਾਂ ਨੂੰ ਕਹਿੰਦੇ ਗੁਰੇਜ਼ ਕਰਨਾ ਚਾਹੀਦਾ ਜਿਹੜੇ ਕਿ ਹਮੇਸ਼ਾ ਨਾ ਪੱਖੀ ਖਬਰਾਂ ਲੱਭਦੇ ਰਹਿੰਦੇ। ਬਿਲਕੁਲ ਠੀਕ ਹੈ, SGPC ਦਾ ਏਡਾ ਵੱਡਾ ਬਜਟ ਹੈ, ਸਿਹਤ ਸੰਸਥਾਵਾਂ, ਸਿੱਖਿਆ ਸੰਸਥਾਵਾਂ, ਗੁਰੂ ਘਰਾਂ ਦੇ ਪ੍ਰਬੰਧ, ਅੰਮ੍ਰਿਤ ਸੰਚਾਰ, ਧਰਮ ਦਾ ਪ੍ਰਚਾਰ, ਲਿਟਰੇਚਰ ਦੀ ਛਪਵਾਈ, ਲਿਟਰੇਚਰ ਦੀ ਵੰਡਾਈ, ਬਹੁਤ ਕੁਝ ਚੱਲਦਾ। ਕਦੇ ਕਿਤੇ ਰੌਲਾ ਪੈ ਗਿਆ, ਕਮੇਟੀ ਬਣਾ ਕੇ ਬੰਦੇ ਭੇਜੇ, ਵਫਦ ਭੇਜੇ, ਸਮੱਸਿਆਵਾਂ ਹੱਲ ਕਰਾਉਣੀਆਂ, ਕੋਈ ਸ਼ਿਕਾਇਤ ਆ ਗਈ, ਕਿਸੇ ਨੂੰ ਪੰਥ ਚੋਂ ਛੇਕਣਾ, ਸ਼੍ਰੀ ਅਕਾਲ ਤਖਤ ਸਾਹਿਬ ਦੇ ਦਾਇਰੇ 'ਚ ਆਉਂਦਾ। ਬੜੇ ਕੰਮ ਨੇ। ਹੁਣ ਜਵਾਬ ਆਇਆ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ। ਉਹ ਕਹਿੰਦੇ ਬਿਲਕੁਲ ਠੀਕ ਗੱਲ ਹੈ, ਜਥੇਦਾਰ ਸਾਹਿਬ ਨੇ ਬਿਲਕੁਲ ਠੀਕ ਆਖਿਆ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਨਾ ਪੱਖੀ ਹੋਵੇ। ਅਸੀਂ ਵੀ ਕਹਿੰਦੇ ਕੋਈ ਦੋਖੀ ਥੋੜ੍ਹੀ ਆ, ਸਾਨੂੰ ਕੋਈ ਸ਼ੌਕ ਥੋੜ੍ਹੀ ਇੱਦਾਂ ਕਰੀਏ। ਤੇ ਨਾਲ ਦੀ ਨਾਲ ਉਹਨਾਂ ਨੇ ਕਹਿ ਦਿੱਤਾ ਕਿ ਭਾਈ ਠੀਕ ਹੈ,
ਉਹ ਪਤਾ ਨਹੀਂ ਫਿਰ ਕਿਹੜੀਆਂ ਕਹਿੰਦੇ ਏਜੰਸੀਆਂ ਹੋਣੀਆਂ ਜਿਨ੍ਹਾਂ ਦੇ ਕਹਿ ਦੇ ਉੱਤੇ 90 ਲੱਖ ਰੁਪਏ ਦੇ ਇਸ਼ਤਿਹਾਰ ਛਪਵਾਤੇ ਸੀ ਉਦੋਂ। ਉਹ ਪਤਾ ਨਹੀਂ ਫਿਰ ਕਿਹੜੀਆਂ ਏਜੰਸੀਆਂ ਦੇ ਕਹਿ ਦੇ ਉੱਤੇ ਬਿਨਾਂ ਮੰਗਿਆ ਸੌਦਾ ਸਾਧ ਨੂੰ ਮਾਫੀ ਦੇ ਦਿੱਤੀ ਹੋਣੀ ਉਦੋਂ। ਉਹ ਪਤਾ ਨਹੀਂ ਕਿਹੜਾ ਕੰਮ ਹੋਣਾ ਕਿ ਕਦੇ ਸਰਾਂ ਢਾਹ ਦਿਓ, ਪੁਰਾਣੀ ਢਾਹ ਦਿਓ, ਨਵੀਂ ਢਾਹ ਦਿਓ ਤੇ ਆਹ ਕਰ ਦਿਓ। ਹੁਣ ਜਦੋਂ ਜਥੇਦਾਰ ਸਾਹਿਬ ਦੇ ਬਿਆਨ ਦੇ ਉਲਟ ਇਦਾਂ ਦਾ ਬਿਆਨ ਆਇਆ, ਇਹਦਾ ਮਤਲਬ ਹੈ ਕਿ ਦੋਵਾਂ ਧਿਰਾਂ ਨੂੰ ਸੋਚਣਾ ਪਊਗਾ ਕਿ ਕਹਾਣੀ ਕਿੱਥੇ ਜਾਂਦੀ ਹੈ। ਜਿਹੜੀ ਕਹਾਣੀ ਕਿਤੇ ਨਹੀਂ ਜਾਂਦੀ WhatsApp, ਕਹਾਣੀ ਉੱਤੇ ਦੀ ਉੱਤੇ ਹੀ ਹੈ। ਬੰਦੇ ਬਦਲ ਜਾਂਦੇ ਆ, ਬੰਦੇ ਆਉਂਦੇ ਜਾਂਦੇ ਰਹਿੰਦੇ, ਪਰ ਕਹਾਣੀ ਉਦਾਂ ਦੀ ਉਦਾਂ ਹੀ ਹੈ। ਦੇਖੋ ਠੀਕ ਆ, ਜਦੋਂ ਮੇਰਾ ਖਿਆਲ SGPC ਪ੍ਰਧਾਨ ਬੀਬੀ ਜਗੀਰ ਕੌਰ ਹੋਰਾਂ ਨਾਲ ਗੱਲ ਹੋਈ ਸੀ, ਉਹਨਾਂ ਦੇ ਬਿਆਨ 'ਚ ਵੀ ਇਹ ਗੱਲ ਨਜ਼ਰ ਆਉਂਦੀ ਸੀ ਵੀ ਬਹੁਤ ਸਾਰੇ ਲੋਕ ਨੇ ਜੀ, ਖਾਸ ਕਰਕੇ ਕਹਿੰਦੇ ਸਿੱਖ ਹੀ ਆਪਣੀਆਂ ਸੰਸਥਾਵਾਂ ਨੂੰ ਜਿਹੜੇ ਉਹ ਨਿੰਦੀ ਜਾਂਦੇ ਰਹਿੰਦੇ ਆ। ਠੀਕ ਆ, ਚੱਲਦੇ ਕੰਮਾਂ ਦੇ ਵਿੱਚ ਮਾੜੀ ਮੋਟ ਬਾਤ ਘਾਟ ਹੋ ਜਾਂਦੀ ਆ, ਆਪਾਂ ਨੂੰ ਉਹਦੇ ਵਾਲੇ ਪਾਸੇ ਧਿਆਨ ਨਹੀਂ ਦੇਣਾ ਚਾਹੀਦਾ, ਸਗੋਂ ਜਿਹੜੇ ਚੰਗੇ ਕੰਮ ਉਹਨਾਂ ਦਾ ਵਿਖਿਆਨ ਕਰਨਾ ਚਾਹੀਦਾ। ਜਥੇਦਾਰ ਸਾਹਿਬ ਵੀ ਇਹੋ ਕਹਿੰਦੇ ਆ। ਦੇਖੋ ਗੱਲ ਇਹ ਆ ਵੀ ਜੇ ਇੱਕ ਤਰ੍ਹਾਂ ਨਾਲ ਗੱਲ ਮੰਨਣੀ ਹੋਵੇ ਤਾਂ ਮੈਨੂੰ ਉਹ ਗੱਲ ਜਾਇਜ਼ ਵੀ ਲੱਗਦੀ ਵੀ ਜੇ ਤੁਹਾਨੂੰ ਲੱਗਦਾ ਵੀ ਯਾਰ ਆਹ ਇੱਕ ਕਮੀ ਆ ਤੇ ਅੰਦਰ ਬਹਿ ਕੇ ਕਰ ਲਓ। ਉਹ ਕਹਿੰਦੇ ਹੁੰਦੇ ਨੇ ਵੀ ਪਰਿਵਾਰ ਦੀ ਗੱਲ ਹੈ, ਜੇ ਕੋਈ ਕਮੀ ਆ ਤੇ ਅੰਦਰ ਬਹਿ ਕੇ ਦੱਸੋ ਵੀ ਯਾਰ ਆਹ ਚੀਜ਼ ਇੱਦਾਂ ਨਹੀਂ, ਆਪਾਂ ਨੂੰ ਸਹੀ ਕਰੀਏ, ਬਾਹਰ ਪ੍ਰਭਾਵ ਮਾੜਾ। ਦੂਜੀ ਗੱਲ ਇਹ ਆ ਵੀ ਜੇ ਕੰਮ ਚੰਗਾ ਕੀਤਾ ਜਾਂਦਾ ਤੇ ਉਹਨੂੰ ਆਪਾਂ ਵਡਿਆ ਕੇ ਦਸੀਏ। ਪਰ ਸਵਾਲ ਇਹ ਹੈ ਨਾ ਵੀ ਮੁਸ਼ਕਲ ਤੇ ਉੱਥੇ ਆਉਂਦੀ ਵੀ ਜਦੋਂ ਅੰਦਰ ਬਹਿ ਕੇ ਜਿਹੜਾ ਕੋਈ ਦੱਸਣ ਜਾਂਦਾ ਵੀ ਤੂੰ ਮਾਵਾ ਲੱਗਦਾ ਕਿੱਧਰ ਵੀ ਤੂੰ ਜ਼ਿਆਦਾ ਗਿਆਨੀ ਹੈ ਕਹਿੰਦੇ, ਹੈ ਨਾ। ਇੱਕ ਤੇ ਸੁਣਨੀ ਕਿਸੇ ਦੀ ਨਹੀਂ, ਹੈ ਨਾ। ਇੱਕ ਤੇ ਉਹ ਕਾਰਨ ਮੇਰੇ ਖਿਆਲ ਠੀਕ ਹੈ, ਜਥੇਦਾਰ ਸਾਹਿਬ ਵੇਖਣ, ਬੀਬੀ ਜੀ ਵੀ ਵੇਖਣ ਵੀ ਜੇ ਮੰਨ ਲਓ ਉਹਨੂੰ ਲੱਗਦਾ ਵੀ ਸੰਸਥਾਵਾਂ ਜਿਹੜੀਆਂ ਨੇ ਉਹ ਚੰਗਾ ਕੰਮ ਕਰਦੀਆਂ, ਲੋਕ ਵਿਖਿਆਨ ਕਰਨ, ਤੇ ਜਿਹੜੇ ਬੰਦੇ ਟਿੱਪਣੀ ਕਰਦੇ ਉਹਨਾਂ ਨੂੰ ਵੀ ਬੋਲਣ ਦਾ ਮੌਕਾ ਦਿੱਤਾ ਜਾਵੇ, ਉਹਨਾਂ ਦੀ ਗੱਲ ਸੁਣੀ ਜਾਵੇ। ਫਿਰ ਤੇ ਬੰਦੇ ਨੂੰ ਆਪੇ ਲੱਗੂਗਾ ਵੀ ਯਾਰ ਠੀਕ ਆ, ਕੰਮ ਕਰਦਾ, ਮਾੜੀ ਮੋਟੋ ਨੇਕੀ ਹੋਊਗੀ, ਫਲਾਨਾ ਸੋ ਨੇ ਜਾ ਕੇ ਸਲਾਹ ਦਿੱਤੀ, ਉਹਨਾਂ ਨੇ ਸੈੱਟ ਕਰ ਲਿਆ ਕੰਮ। ਦੂਜੀ ਗੱਲ ਇਹ ਕਿ ਵੀ ਜੇ ਆਪਾਂ ਇਹ ਸਾਰੇ ਕੁਛ ਨੂੰ ਇੱਦਾਂ ਦੇਖਦੇ ਹਾਂ, ਤੇ ਇੱਕ ਟਿੱਪਣੀ ਬੜੀ ਵਧੀਆ ਉੱਥੇ ਉਹਨਾਂ ਦੇ ਮੈਂ ਬਿਆਨ ਦੇ ਕਿਸੇ ਨੇ ਕੀਤੀ ਸੀ। ਉਹ ਕਹਿੰਦੇ ਜੀ ਗੱਲ ਆ ਜਥੇਦਾਰ ਸਾਹਿਬ, ਰੌਲਾ ਲੋਕੀ ਤਾਂ ਪਾ ਦਿੰਦੇ ਆ ਵੀ ਜਿਹੜੇ ਦੇ ਅੰਦਰ ਹੈ ਜੀ ਉਹਨਾਂ ਨੂੰ ਮਲਾਈ ਮਿਲ ਜਾਂਦੀ, ਜਿਹਨੂੰ ਨਹੀਂ ਮਿਲਦੀ ਉਹ ਕਹਿੰਦਾ ਫਿਰ ਇੱਦਾਂ ਕਿਉਂ ਇਕੱਲੇ ਹੀ ਖਾਈ ਜਾਂਦੇ ਯਾਰ। ਫਿਰ ਤੁਹਾਡੀ ਤਾਂ ਸ਼ਿਕਾਇਤ ਹੀ ਲੱਗੂ। ਹੁਣ ਉਹ ਜਿਹੜਾ ਬੰਦਾ ਉਹਨੇ ਕਮੈਂਟ ਤਾਂ ਨਿਊਟਰਲ ਜਿਹਾ ਕੀਤਾ ਵੀ ਜਿਹੜਾ ਰੌਲਾ ਪਾਉਣ ਵਾਲਾ, ਜੇ ਤੁਸੀਂ ਥੋੜਾ ਬਹੁਤ ਚਮਚਾ ਮਲਾਈ ਦਾ ਉਹਨੂੰ ਆਖੋ ਭਾਵੇਂ ਦਵਾਈ ਖਾਣ ਜੋਗੇ ਦੇ ਦਿਓ, ਅਗਲਾ ਵੀ ਚੁੱਪ ਕੀਤਾ ਰਹੇ। ਨਹੀਂ ਇੰਨਾ ਕੁ ਮੂੰਹ ਤਾਂ ਬੰਦ ਕਰਨਾ ਪਊਗਾ ਨਾ, ਨਹੀਂ ਤਾਂ ਫਿਰ ਥੋੜਾ ਜਿਹਾ ਕੰਮ ਔਖਾ ਹੋ ਜਾਊਗਾ। ਬਾਕੀ ਸੰਧਾਲੀਆ ਸਾਹਿਬ ਗੱਲ ਇਦਾਂ ਕਿ ਜਿਹੜਾ ਮਸਲਾ ਇਧਰਲੇ ਪਾਸੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਹੁਣ ਚੁੱਕਿਆ ਤੇ ਉਹਨੂੰ ਤੇ ਡੇਰੇ ਤੋਂ ਥੋੜਾ ਜਿਹਾ ਉੱਪਰਲੇ ਪਾਸੇ ਨੂੰ ਆ ਜੀ ਤਾਂ ਪਟਿਆਲਾ ਆਉਂਦਾ। ਪਟਿਆਲਾ ਜਿੱਥੇ ਆਉਂਦਾ ਉਹ ਕੈਪਟਨ ਅਮਰਿੰਦਰ ਸਿੰਘ ਦਾ ਸ਼ਹਿਰ ਹੈ ਜੀ, ਉੱਥੇ ਬਹੁਤ ਸਾਰੇ ਬੇਰੁਜ਼ਗਾਰ ਨੇ। ਤਾਂ ਵੀ ਚੰਗਾ, ਮੈਨੂੰ ਇਹ ਵੀ ਸ਼ਾਇਦ ਪਟਿਆਲਾ ਲੰਘ ਕੇ ਪਰੇ ਤੁਸੀਂ ਦਾਦੂਵਾਲ ਸਾਹਿਬ ਦੀ ਗੱਲ ਕਰ ਲਈ। ਨਹੀਂ ਮੈਂ ਉਧਰ ਗੱਲ ਧਾਰਮਿਕ ਸੀਗੀ, ਉਹ ਵੀ ਕਰ ਲੈਣੀ ਚਾਹੀਦੀ, ਕਿਉਂਕਿ ਦਾਦੂਵਾਲ ਸਾਹਿਬ ਹੁਣ ਬੋਲ ਪਏ ਆ। ਕੀ ਕਹਿੰਦੇ? ਉਹ ਕਹਿੰਦੇ ਆ ਲੋ ਕਲੀਅਰ ਹੋ ਗਈ ਗੱਲ। ਕਹਿੰਦੇ ਮੈਂ ਤੇ ਤੁਹਾਨੂੰ ਉਦੋਂ ਦਾ ਕਹੀ ਜਾਣਾ ਠੀਕ ਆ, ਕਹਿੰਦੇ ਬੰਦਾ ਸਿਆਣੀ ਉਮਰ ਦਾ, ਮੈਂ ਉਹਦਾ ਸਤਿਕਾਰ ਕਰਦਾ, ਪਰ ਆਹ ਲਓ ਗੱਲ ਕਲੀਅਰ ਹੋ ਗਈ ਵੀ ਅਸਲ 'ਚ ਜਿਹੜਾ ਚੜੂਨੀ ਸਾਹਿਬ ਹੈ ਨਾ ਉਹ ਬਾਦਲਾਂ ਨਾਲ ਰਲੇ ਆ। ਵਾਹ ਜੀ ਵਾਹ। ਹਾਂ, ਉਹ ਕਹਿੰਦੇ ਦੇਖੋ ਗੱਲ ਇਹ ਆ ਵੀ ਜਿਹੜੇ ਬੰਦਿਆਂ ਨੇ ਉਦੋਂ ਆਣ ਕੇ ਵਿਰੋਧ ਵਿਰਾਧ ਕੀਤਾ, ਰੌਲਾ ਰੱਪਾ ਪਾਇਆ, ਉਹ ਬੰਦੇ ਵੀ ਅਕਾਲੀ ਦਲ ਬਾਦਲ ਦੇ ਸੀਗੇ। ਹੁਣ ਇਹ ਜਿਸ ਹਿਸਾਬ ਨਾਲ ਕਹਿੰਦੇ ਪੰਜਾਬ ਵੱਲ ਨੂੰ ਭੱਜ ਕੇ ਆਉਂਦੇ ਨੇ, ਤੇ ਜਿਸ ਹਿਸਾਬ ਨਾਲ ਇਹ ਕਹਿੰਦੇ ਵੀ ਮੇਰੇ ਤੇ ਦੋਸ਼ ਲਾਉਂਦੇ ਨੇ ਵੀ ਦਾਦੂਵਾਲ ਬੰਦਾ BJP ਦਾ ਜੀ, ਮੈਂ ਤੇ ਕਹਿੰਦੇ ਸਿੱਖ ਸੰਗਤਾਂ ਦਾ ਬੰਦਾ, ਇਹ ਚੜੂਨੀ ਬੰਦਾ ਬਾਦਲਾਂ ਦਾ। ਵਾਹ ਜੀ ਵਾਹ। ਹੁਣ ਇਹ ਬੰਦਾ ਤੀਜਾ ਖਲੋ ਕੇ ਵੇਖੇ ਵੀ ਯਾਰ ਇਹਨਾਂ ਚੋਂ ਕਿਹੜਾ ਬੰਦਾ ਕਿਹਦਾ। ਮੈਨੂੰ ਐਂ ਲੱਗਦਾ ਚੜੂਨੀ ਸਾਹਿਬ ਨੂੰ ਹੁਣ ਕਈ ਮੋਰਚਿਆਂ ਤੇ ਲੜਨਾ ਪੈਣਾ। ਇੱਕ ਤਾਂ ਅਜੇ ਵੋਟਾਂ ਵਾਲਾ ਮਸਲਾ ਉਹਨਾਂ ਨੇ ਡਿਸੀਜਨ ਲੈਣਾ, ਦੂਜਾ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਨਾਲ ਤੁਰਨਾ ਪੈਣਾ, ਤੀਜੇ ਪਾਸੇ ਦਾਦੂਵਾਲ ਸਾਹਿਬ ਦਾ ਮਸਲਾ ਹੈ, ਕਿੰਨੇ ਹੀ ਮਸਲੇ ਨੇ। ਨਹੀਂ ਪਰ ਇੱਕ ਗੱਲ ਤਾਂ ਹੈਗੀ ਆ ਨਾ, ਤੁਸੀਂ ਦੇਖੋ ਵੀ ਚੜੂਨੀ ਸਾਹਿਬ ਨੇ ਜੇ ਸਿਆਸਤ ਦੇ ਵਿੱਚ ਪੈਰ ਪੂਰਾ ਨਹੀਂ ਪਾਇਆ, ਗਿੱਟਾ ਹੀ ਲਿਬੜਿਆ ਮਾੜਾ ਮਾੜਾ ਜਿਹਾ ਭਿਓਇਆ, ਇੱਕ ਪੈਰ ਅਜੇ ਬਾਹਰ ਹੀ ਆ, ਤੇ ਅਗਲੇ ਨੇ ਨਾਲ ਹੀ ਜੋੜਤਾ ਵੀ ਵੇ ਫਲਾਨੇ ਮੰਨੇ ਬਈ। ਯਾਨੀ ਉਹ ਸਾਰੀਆਂ ਮਸਲਿਆਂ ਲਈ ਤਿਆਰ ਰਹਿਣਾ ਚਾਹੀਦਾ। ਹਾਂ, ਇਹ ਜਦੋਂ ਪਜਾਮਾ ਟੰਗ ਕੇ ਥੋੜਾ ਜਿਹਾ ਹੋਰ ਹੋ ਜੇ ਰਾਜਨੀਤੀ 'ਚ ਨਿਕਲੇ, ਫਿਰ ਪਤਾ ਨਹੀਂ ਕੀ ਕੁਝ ਹੋਣਾ। ਬਾਕੀ ਸੰਧਾਲੀਆ ਸਾਹਿਬ ਤੁਸੀਂ ਤਾਂ ਉਹ ਦੌਰ ਦੇਖਿਆ ਥੋੜਾ ਸਰਕਾਰੀ ਨੌਕਰੀਆਂ ਵਾਲਾ, ਕਿਉਂਕਿ ਤੁਹਾਡਾ ਪ੍ਰਾਈਵੇਟ ਪਾਸੇ ਫਿੱਟ ਆ ਗਿਆ ਇਹ ਕੰਮ। ਹੁਣ ਆਪਾਂ ਰੋਜ਼ ਗੱਲ ਕਰਦੇ ਹਾਂ ਕਿ ਨਿਆਣੇ ਓਵਰਏਜ ਹੋਈ ਜਾਂਦੇ ਆ, ਸਰਕਾਰੀ ਨੌਕਰੀਆਂ ਨਹੀਂ ਮਿਲਦੀਆਂ। ਪਟਵਾਰੀ ਦਾ ਇਮਤਿਹਾਨ ਸੀਗਾ ਕਿ ਪਟਵਾਰੀ ਲੱਗਣਾ, ਲੱਖਾਂ ਬੱਚਿਆਂ ਨੇ ਫੀਸਾਂ ਦਿੱਤੀਆਂ ਕਿ ਭਾਈ ਸਾਨੂੰ ਪੇਪਰ ਦੇਣ ਦਿਓ। ਫਿਰ ਪੇਪਰ ਉਦਣ ਆ ਗਿਆ ਜਿੱਦਣ ਕੇਂਦਰ ਦਾ ਵੀ ਇੱਕ ਪੇਪਰ, ਕਈ ਬੱਚਿਆਂ ਨੂੰ ਦੋਨਾਂ ਦੇ ਵਿੱਚੋਂ ਡਿਸਾਈਡ ਕਰਨਾ ਔਖਾ ਹੋ ਗਿਆ। ਤੀਸਰੇ ਨੰਬਰ ਦੇ ਉੱਤੇ ਉਦਣ ਬੱਸਾਂ 'ਚ ਧੱਕੇ ਬਹੁਤ ਖਾਣੇ ਪਏ, ਜਿਹੜਾ ਮਾਨਸੇ ਵਾਲਾ ਚੱਕ ਕੇ ਬਠਿੰਡੇ ਮਾਰਿਆ, ਬਠਿੰਡੇ ਵਾਲਾ ਚੱਕ ਕੇ ਜਲੰਧਰ ਮਾਰਿਆ ਕਿ ਭਾਈ ਤੁਹਾਡੇ ਪੇਪਰ ਇੱਧਰ ਹੋਣੇ ਆ। ਕਈ ਤਾਂ ਕਹੀ ਜਾਂਦੇ ਆ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਕਿਰਾਇਆ ਵਟਾਉਣ ਲਈ ਇਦਾਂ ਕੀਤਾ। ਚਲੋ ਉਹਦੇ ਤੋਂ ਬਾਅਦ ਹੁਣ ਇੱਕ ਨਵਾਂ ਝੰਜਟ ਪੈਦਾ ਹੋ ਗਿਆ, ਬੱਚੇ ਬਹੁਤ ਔਖੇ ਆ। ਉਹ ਕਹਿੰਦੇ ਜੀ ਪ੍ਰੋਵੀਜ਼ਨ ਆਈ ਹੈ ਵੀ ਜੇ ਕਿਸੇ ਨੂੰ ਇਤਰਾਜ਼ ਹੈ ਕਿ ਪਟਵਾਰੀਆਂ ਦੀ ਭਰਤੀ ਦੇ ਲਈ ਜਿਹੜਾ ਤੁਸੀਂ ਪੇਪਰ ਦਿੱਤਾ ਉਹਦੇ ਵਿੱਚੋਂ ਕਿਸੇ ਸਵਾਲ ਦਾ ਜਵਾਬ ਤੁਸੀਂ ਠੀਕ ਲਿਖਿਆ ਪਰ ਉਹਦੇ ਉੱਤੇ ਮਾਰਕ ਕੁਝ ਹੋਰ ਹੋ ਗਿਆ, ਤਾਂ ਤੁਸੀਂ ਕਹਿੰਦੇ ਕੱਲ ਹੀ ਕੋਈ ਨਹੀਂ, ਇੱਕ ਅੰਕ ਦਾ 500 ਰੁਪਈਆ ਜਮ੍ਹਾਂ ਕਰਾਓ ਤਾਂ ਪੜਤਾਲ ਕਰਾ ਲਓ। ਹੁਣ ਜਿਹੜੇ ਪੇਪਰ ਦੇਣ ਵਾਲੇ ਬੱਚੇ ਉਹ ਕਹਿੰਦੇ 25-30 ਰੁਪਈਏ ਹੁੰਦੇ ਸੀ ਕਿ ਜੇ ਅਸੀਂ 3 ਸਵਾਲਾਂ ਦੇ ਉੱਤਰਾਂ ਦੇ ਉੱਤੇ ਸਾਨੂੰ ਕੋਈ ਇਤਰਾਜ਼ ਆ ਤੇ ਅਸੀਂ 90 ਰੁਪਈਏ 60 ਰੁਪਈਏ 100 ਰੁਪਈਏ ਜਮ੍ਹਾਂ ਕਰਾ ਦਈਏ। ਹੁਣ ਕਹਿੰਦੇ ਜੇ ਕਿਸੇ ਬੰਦੇ ਨੂੰ 5 ਸਵਾਲਾਂ ਤੇ ਇਤਰਾਜ਼ ਹੈ, ਕਿਉਂਕਿ ਗੋਲ ਸਵਾਲ ਵੀ ਹੁੰਦੇ ਆ, ਕਲੀਅਰ ਕੱਟ ਕਹਿੰਦੇ ਸੀਗੇ ਨਹੀਂ, ਤੇ ਇਹਦਾ ਮਤਲਬ ਹੈ ਜਿਹੜੇ ਬੰਦੇ ਦੇ ਕੋਲੇ 2500 ਰੁਪਈਆ ਹੋਊਗਾ
ਉਹ ਬੱਚਾ ਫਿਰ ਅੱਗੇ ਜਾ ਕੇ ਫੀਸ ਭਰ ਕੇ ਚੈਲੰਜ ਕਰ ਸਕਦਾ ਕਿ ਭਾਈ ਆ ਮੇਰਾ ਸਵਾਲ ਠੀਕ ਸੀ। ਹੁਣ ਬੇਰੁਜ਼ਗਾਰ ਬੱਚੇ ਨੇ, ਕਈ ਸਾਲ ਹੋ ਗਿਆ ਧੱਕੇ ਖਾਂਦਿਆਂ ਨੂੰ, ਪਹਿਲਾਂ ਪੜ੍ਹਾਈ ਤੇ ਪੈਸੇ ਲਾਏ, ਉਹਦੇ ਤੋਂ ਬਾਅਦ ਜਿੱਥੇ ਡਾਂਗਾਂ ਪੈਂਦੀਆਂ ਸੀ ਦਵਾਈ ਲਾਉਣ ਤੇ ਪੈਸੇ ਲਾਏ, ਉਹਦੇ ਤੋਂ ਬਾਅਦ ਬਾਕੀ ਸਾਰੇ ਪਾਸੇ ਮਸਲਾ ਖੜਾ ਹੋ ਗਿਆ। ਫਿਰ ਪੇਪਰ ਮਸਾਂ ਆਇਆ, ਪੇਪਰ ਆਇਆ ਤਾਂ ਨਾਲ ਇੱਕ ਛੱਡਣਾ ਪੈ ਗਿਆ। ਸੰਧਾਲੀਆ ਸਾਹਿਬ, ਉਹ ਪੰਜਾਬ ਦੀ ਸਰਕਾਰ ਤੇ ਸਰਕਾਰ ਦੇ ਨੁਮਾਇੰਦੇ ਤੇ ਤੁਹਾਡੇ ਸਲਾਹਕਾਰ, ਉਹ ਸਾਰੇ ਬੰਦੇ ਕਿਹੜੀਆਂ ਸਲਾਹਾਂ ਦਿੰਦੇ ਆ ਕਿ ਇਹ ਕੋਈ ਅਮੀਰ ਤਰੀਨ ਨੇ। ਇੱਕ ਪਾਸੇ ਤੁਸੀਂ ਕਹਿੰਦੇ ਪੰਜਾਬ ਦੇ ਲੋਕਾਂ ਦੇ ਪੱਲੇ ਕੁਛ ਨਹੀਂ, ਇੱਕ ਪਾਸੇ ਤੁਸੀਂ ਕਹਿੰਦੇ ਕੋਵਿਡ ਨੇ ਜਾਨ ਕੱਢੀ ਹੈ, ਦੂਜੇ ਪਾਸੇ ਤੁਸੀਂ ਕਹਿੰਦੇ ਜੀ 150 ਰੁਪਈਆ ਇਕੱਠਾ ਬੇਰੁਜ਼ਗਾਰੀ ਦਾ ਭੱਤਾ ਦੇ ਦੇਣਾ। ਤੇ ਇੱਕ ਸਵਾਲ ਨੂੰ ਚੈਲੰਜ ਕਰਨ ਦਾ 500 ਰੁਪਈਆ, ਤੁਸੀਂ 10 ਰੱਖ ਲਓ, 20 ਰੱਖ ਲਓ, 30 ਰੱਖ ਲਓ, 50 ਰੱਖ ਲਓ, ਬੜੀ ਹੱਦ, ਪਰ 500 ਰੁਪਈਆ ਤਾਂ ਕਿਸੇ ਵੀ ਤਰੀਕੇ ਜਾਇਜ਼ ਨਹੀਂ। ਨਿਆਣੇ ਪਿੱਟਦੇ ਫਿਰਦੇ ਆ। ਦੇਖੋ ਜੀ, ਇਹੀ ਤੇ ਮੁੱਦਾ, ਜਿਹੜਾ ਮੁੱਦਾ ਕੱਲ ਨੂੰ ਅਦਾਲਤ 'ਚ ਜਾਣਾ ਜੀ, ਜਿਹਦਾ ਕਰਕੇ ਮੁੜ ਕੇ ਉੱਤੇ ਸਟੇ ਲੈਣਾ ਵਾਹ ਜੀ, ਤੇ ਫਿਰ ਮੁੱਦਾ ਲੰਕਣਾ, ਯਾਨੀ ਪਟਵਾਰਖਾਨੇ ਖਾਲੀ। ਨਹੀਂ, ਮੈਂ ਨਹੀਂ ਕਹਿੰਦਾ, ਮੈਂ ਤੇ ਜਸਟ ਗੱਲ ਦੱਸੀ ਤੁਹਾਨੂੰ ਵੀ ਇਹ ਤਰੀਕਾ ਹੁੰਦਾ। ਜੇ ਕੋਈ ਹੋਰ ਮਸਲਾ ਨਹੀਂ ਬਣ ਡਿਆ, ਮੰਨ ਲਓ ਵੀ ਕਿਸੇ ਨੇ ਚੈਲੰਜ ਨਹੀਂ ਕੀਤਾ ਕਿਸੇ ਚੀਜ਼ ਦੇ ਉੱਪਰ, ਕਹਿੰਦੇ ਇੱਥੇ ਕਰੋ ਚੈਲੰਜ, ਬੰਦਾ ਹੀ ਖੜਾ ਕਰਨਾ ਆਪਣਾ। ਇਹ ਆਪਾਂ ਪਿਛਲੇ ਸਮੇਂ 'ਚ ਹੁੰਦਾ ਵੇਂਦੇ ਆ ਤੇ ਹੁਣ ਵੀ ਹੋ ਰਿਹਾ। ਪਰ ਜੇ ਹੋ ਰਿਹਾ, ਕੁੱਲ ਮਿਲਾ ਕੇ ਮਾੜਾ। ਦੇਖੋ, ਕਾਰਨ ਇਹ ਆ ਵੀ ਇੱਕ ਬੰਦਾ ਉਹ ਆਸ ਉਮੀਦ ਦੇ ਨਾਲ, ਮੈਂ ਤਾਂ ਕਹੀ ਨਾ ਉਦਾਹਰਨ ਆਪਾਂ ਹੀ ਦਿੱਤੀ ਯਾਰ, ਜਵਾਕ ਨਿੱਕਾ ਜਿਹਾ ਹੁੰਦਾ ਨਾ, ਘਰ ਦੇ ਨੇ ਇੱਕੋ ਫਿਕਰ ਹੁੰਦਾ ਇਹਨੂੰ ਚੰਗੇ ਸਕੂਲ 'ਚ ਪਾਈਏ, ਇਹਨੂੰ ਪੜ੍ਹਾ ਲਈਏ, ਨਿਆਣਾ ਪੜ੍ਹ ਗਿਆ ਤੇ ਆਪਣੀ ਜੂਨ ਸੁਧਰ ਜੂ। ਉਹ ਪੜ੍ਹਾਉਂਦੇ ਵੀ ਆ, ਉਹ ਪੜ੍ਹਦਾ ਵੀ ਆ, ਉਹ ਤੁਹਾਡੀ ਡਿਗਰੀਆਂ ਵੀ ਲੈਂਦਾ, ਤੇ ਅਖੀਰ ਜਾ ਕੇ ਉਦੋਂ ਆਹ ਕੁਛ ਹੁੰਦਾ ਤੇ ਕਰੇ ਕੀ ਵਿਚਾਰਾ? ਫਿਰ ਦੱਸੋ। ਨਹੀਂ, ਮੁਸ਼ਕਲ ਹੋ ਜਾਂਦਾ ਹੈ। ਬਾਕੀ ਸੰਧਾਲੀਆ ਸਾਹਿਬ, ਜਾਂਦੇ ਇੱਕ ਗੱਲ ਆਪਾਂ ਹੋਰ ਜ਼ਰੂਰ ਕਰਨੀ ਹੈ ਕਿ ਜਿਨ੍ਹਾਂ ਲੋਕਾਂ ਨੇ ਭਾਰਤ ਤੋਂ ਕੈਨੇਡਾ ਆਉਣਾ, 21 ਸਤੰਬਰ ਤੱਕ ਫਲਾਈਟਾਂ ਦੁਆਰਾ ਡਾਇਰੈਕਟ ਫਲਾਈਟਾਂ ਜਿਹੜੀਆਂ ਬੰਦ ਨੇ ਜੀ, ਕਿਉਂਕਿ ਸਤੰਬਰ ਦੀ 5, 6, 7 ਤਰੀਕ ਨੂੰ ਬਹੁਤ ਸਾਰੇ ਕਾਲਜਾਂ ਦੇ ਵਿੱਚ ਇੱਥੇ ਦਾਖਲੇ ਬੱਚਿਆਂ ਨੇ ਆਪਣੇ ਪੜ੍ਹਾਈ ਸ਼ੁਰੂ ਕਰਨੀ ਹੈ। ਕਈਆਂ ਨੇ ਇੱਕ ਸਮੈਸਟਰ ਉੱਧਰ ਕਰ ਲਿਆ, ਹੁਣ ਇੱਧਰ ਆਉਣਾ, ਕਈਆਂ ਨੇ ਨਵਿਆਂ ਨੇ ਆਉਣਾ। ਉਹਨਾਂ ਲਈ ਕਲੀਅਰ ਹੈ ਕਿ 21 ਸਤੰਬਰ ਤੱਕ ਡਾਇਰੈਕਟ ਫਲਾਈਟਾਂ ਭਾਰਤ ਤੋਂ ਨਹੀਂ ਆਉਣੀਆਂ। ਜਿਹੜਾ ਵਾਇਆ ਮੈਕਸੀਕੋ ਜਾਂ ਕਿਸੇ ਹੋਰ ਦੇਸ਼ ਦੇ ਰਾਹੀਂ 4-5 ਹਜ਼ਾਰ ਡਾਲਰ ਲਾ ਕੇ ਆ ਹੁੰਦਾ ਹੈਗਾ, ਉਹ ਲੀਗਲੀ ਉਹੀ ਰਸਤਾ ਬਚਿਆ। ਕੋਈ ਬੰਦਾ ਅਜੇ ਇਹ ਉਡੀਕ ਨਾ ਕਰੇ ਕਿ ਭਾਈ ਕੋਈ ਗੱਲ ਨਹੀਂ, ਅਗਸਤ ਚੱਲਦਾ, 15 ਨੂੰ, 20 ਨੂੰ, 22 ਤਰੀਕ ਨੂੰ ਸ਼ਾਇਦ ਕੋਈ ਨਵਾਂ ਡਿਸੀਜ਼ਨ ਆ ਜਾਊਗਾ। 21 ਸਤੰਬਰ ਤੱਕ ਉਹ ਕੋਈ ਡਿਸੀਜ਼ਨ ਨਵਾਂ ਆਉਣਾ ਨਹੀਂ। ਜੀ, ਇਹ ਆਪਾਂ ਕਲੀਅਰ ਕਰ ਦਈਏ ਵੀ ਆਪਣੇ ਵਾਲਾ ਕੰਮ ਨਹੀਂ ਹੈਗਾ। ਇਹ 21 ਤੋਂ 21 ਚੱਲਦਾ ਤੇ ਜੇ 21 ਸਤੰਬਰ ਨੂੰ ਖੁੱਲ ਗਈ ਤੇ ਖੁੱਲ ਗਈ, ਨਹੀਂ ਤੇ ਫਿਰ 21 ਨਵੰਬਰ ਤੇ ਜਾਣਗੇ। ਹੈਗਾ ਬੱਚਿਆਂ ਲਈ ਔਖਾ, ਪਰ ਸੱਚ ਇਹੀ ਹੈ। ਚਲਿਏ ਫਿਰ ਹੁਣ ਆਪਾਂ, ਬਹੁਤ ਸ਼ੁਕਰੀਆ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਵੀ ਸਾਡੀਆਂ ਗੱਲਾਂ ਬਾਤਾਂ ਦੇ ਵਿੱਚੋਂ ਖਬਰਾਂ ਵੀ ਤੁਹਾਨੂੰ ਲੱਭ ਜਾਂਦੀਆਂ ਹੋਣਗੀਆਂ। ਆਪਣੀ ਫੀਡਬੈਕ ਸਾਡੇ ਤੱਕ ਭੇਜਦੇ ਰਿਹਾ ਕਰੋ। ਇੱਕ ਤਾਂ ਉਹ ਲਾਈਕ ਜ਼ਰੂਰ ਕਰ ਦਿਆ ਕਰੋ, ਅੱਗੇ ਸ਼ੇਅਰ ਕਰ ਦਿਆ ਕਰੋ ਪ੍ਰੋਗਰਾਮ। ਸਾਨੂੰ ਵੀ ਅੱਛਾ ਲੱਗਦਾ ਕਿ ਚਲੋ ਜਿਹੜੀ ਸਾਡੀ ਮਿਹਨਤ ਹੈ ਉਹ 4 ਲੋਕਾਂ ਤੱਕ ਪੜ੍ਹਦੀ ਹੈ, ਹੋਰ ਪਰਿਵਾਰ ਦੇ ਮੈਂਬਰ ਜੁੜਦੇ ਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।